ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਾਰੇ ਗੁਰਮੁਖ ਜਨੋ, ਆਪ ਸਾਰਿਆਂ ਨੂੰ ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਜੀ ਆਇਆਂ ਨੂੰ। ਅੱਜ ਸਾਡਾ ਜੋ ਵਿਸ਼ਾ ਹੈ ਸਿੱਖ ਬੀਬੀਆਂ ਨਾਲ ਸੰਬੰਧਿਤ ਹੈ। ਸਿੱਖ ਹਿਸਟਰੀ ਅੱਜ ਤੇ ਕੱਲ੍ਹ, ਇਹ ਐਨਾਲਿਸਿਸ ਇੱਕ ਹੈ ਜੋ ਅਸੀਂ ਕਰਨਾ ਹੈ। ਅੱਜ ਸਾਡਾ ਕਲਚਰ ਕੀ ਹੈ, ਸਿੱਖ ਬੀਬੀ ਕਿੱਥੇ ਵਿਚਰ ਰਹੀ ਹੈ, ਸਾਡਾ ਭਵਿੱਖ ਕੀ ਹੈ, ਸਾਡਾ ਪਾਸਟ ਕੀ ਸੀ, ਇਹ ਸਾਰਾ ਵਿਸ਼ਲੇਸ਼ਣ ਕਰਨਗੇ ਵੀਰ ਤੇਜਿੰਦਰ ਸਿੰਘ ਜੀ ਦਿੱਲੀ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੇ ਇਸ ਸਬਜੈਕਟ ਨੂੰ ਸਿੱਖ ਹਿਸਟਰੀ ਅੱਜ ਤੇ ਕੱਲ੍ਹ ਸਾਡੇ ਨਾਲ ਕੰਪੈਰੇਟਿਵ ਸਟੱਡੀ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਦੇਣ ਵੀਰ ਤੇਜਿੰਦਰ ਸਿੰਘ ਜੀ ਦਿੱਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀਆਂ ਭਰ ਰਹੇ ਵੀਰ ਔਰ ਭੈਣੋ, ਆਪ ਜੀ ਦੇ ਨਾਲ ਆਪ ਜੀ ਨੂੰ ਜੀ ਆਇਆਂ ਕਹਿੰਦੇ ਹੋਇਆ ਅੱਜ ਦਾ ਜੋ ਵਿਸ਼ਾ ਹੈ ਉਸ ਨੂੰ ਨਿਭਾਉਣ ਵਾਸਤੇ ਸਤਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਬੇਨਤੀ ਕਰਦਾ ਹੋਇਆ ਮੈਂ ਅੱਜ ਦੇ ਵਿਚਾਰ ਨੂੰ ਬੀਬੀਆਂ ਭੈਣਾਂ ਨੂੰ ਹਲੂਣਾ ਇਸ ਤੋਂ ਸ਼ੁਰੂ ਕਰਦਾ। ਇਹ ਹਲੂਣਾ ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਦੇ ਸਰਦਾਰ ਤਰਸੇਮ ਸਿੰਘ ਜੀ ਜੋ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਸਨ, ਉਹਨਾਂ ਨੇ ਇਹ ਲਿਖਿਆ ਸੀ ਤੇ ਮੈਨੂੰ ਬਹੁਤ ਚੁੰਬਣ ਵਾਲਾ ਲੱਗਿਆ ਤੇ ਮੈਂ ਕਿਹਾ ਅੱਜ ਦੀ ਇਸ ਵਿਚਾਰ ਚਰਚਾ ਨੂੰ ਇਹਦੇ ਨਾਲ ਹੀ ਅਸੀਂ ਸ਼ੁਰੂ ਕਰਦੇ ਹਾਂ। ਉਹ ਸਮੂਹ ਸੰਸਾਰ ਦੀਆਂ ਭੈਣਾਂ ਨੂੰ, ਸਿੱਖ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਅੱਜ ਦਾ ਪ੍ਰੋਗਰਾਮ ਉਹਨਾਂ ਨਾਲ ਸੰਬੰਧਿਤ ਹੈ ਔਰ ਉਹਨਾਂ ਦੇ ਥਰੂ ਸਾਰੇ ਹੀ ਪਰਿਵਾਰਾਂ ਦੇ ਨਾਲ, ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ। ਸਤਿਕਾਰਯੋਗ ਬੀਬੀਓ ਤੇ ਭੈਣੋ, ਤੁਸੀਂ ਇਹ ਤੱਥ ਚੰਗੀ ਤਰ੍ਹਾਂ ਜਾਣਦੀਆਂ ਹੋ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਅਣਥੱਕ ਕਾਲਨਾ ਕਾਲ ਕੇ ਸਿੱਖ ਧਰਮ ਨੂੰ ਸੰਸਾਰ ਦੇ ਲੋਕਾਂ ਸਾਹਮਣੇ ਲਿਆਂਦਾ ਸੀ। ਦਸ਼ਮੇਸ਼ ਪਿਤਾ ਜੀ ਦੇ ਤਾਂ ਸਾਰੇ ਪਰਿਵਾਰ ਨੇ ਹੀ ਸਿੱਖੀ ਦੇ ਅਸੂਲਾਂ, ਸਿਧਾਂਤਾਂ ਤੇ ਪਰੰਪਰਾਵਾਂ ਦੇ ਸਨਮਾਨ ਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰਵਾ ਲਿਆ, ਪਰ ਧਰਮ ਤੋਂ ਰੱਤੀ ਮਾਤਰ ਵੀ ਪਿੱਛੇ ਨਹੀਂ ਹਟੇ। ਵਿਸ਼ੇਸ਼ ਕਰਕੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਆਪਣੀ ਬਿਰਧ ਉਮਰ ਵਿੱਚ ਵੀ ਸਖਤ ਤਸੀਹੇ ਸਹਿ ਕੇ ਸ਼ਹਾਦਤ ਦੇ ਜਿਹੜੇ ਪੂਰਨੇ ਪਾਏ ਉਹ ਦੂਜੀਆਂ ਕੌਮਾਂ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੇ। ਮਾਤਾ ਭਾਗ ਕੌਰ ਜੀ, ਬੀਬੀ ਹਰਸ਼ਰਨ ਕੌਰ ਜੀ, ਔਰ ਜੇ ਮੈਂ ਇਹ ਕਹਾਂ ਕਿ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਹੀ ਆਰੰਭ ਕਰੀਏ ਤਾਂ ਬੀਬੀ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਔਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਦੇ ਜੋ ਪਰਿਵਾਰ ਘਰ ਵਾਲੇ ਸਨ, ਉਹਨਾਂ ਦੇ ਬਲਵੰਡ ਜੀ ਨੇ ਔਰ ਸੱਤਾ ਜੀ ਨੇ ਜੋ ਰਾਮਕਲੀ ਕੀ ਵਾਰ ਹੈ ਉਹਦੇ ਵਿੱਚ ਉਹਨਾਂ ਦਾ ਖਾਸ ਜ਼ਿਕਰ ਕੀਤਾ ਹੈ। ਬਲਵੰਦ ਖੀਵੀ ਨੇਕ ਜਨ ਜਿਨ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਆਲੀ। ਤੋ ਉਹ ਬੀਬੀ ਮਾਤਾ ਖੀਵੀ ਜੀ ਦਾ ਵੀ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ।
ਕਿ ਜਿਨ੍ਹਾਂ ਨੇ ਅੱਗੇ ਵੱਧ ਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਮ ਜਪੋ ਵੰਡ ਛਕੋ ਤੇ ਧਰਮ ਦੀ ਕਿਰਤ ਦਾ ਜੋ ਅਸੂਲ ਵੰਡ ਛਕਣ ਵਾਲਾ ਸੀ, ਉਸ ਦੇ ਉੱਪਰ ਅੱਗੇ ਵੱਧ ਕੇ ਜ਼ਿੰਮੇਵਾਰੀ ਸੰਭਾਲੀ ਉਹਨਾਂ ਨੇ। ਔਰ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰ ਸ਼ਬਦ ਦਾ ਲੰਗਰ ਵਰਤਾਉਂਦੇ ਸਨ, ਉੱਥੇ ਮਾਤਾ ਖੀਵੀ ਜੀ ਨੇ ਜੋ ਸਰੀਰਕ ਲੋੜ ਹੈ ਉਹ ਲੰਗਰ ਪ੍ਰਸ਼ਾਦੇ ਦਾ ਜਿਹੜਾ ਹੈ, ਔਰ ਉਹ ਲੰਗਰ ਦੇ ਵਿੱਚ ਘਿਓ ਵਾਲੀ ਖੀਰ ਜਿਹੜੀ ਹੈ ਉਹ ਵਰਤਾਉਂਦੇ ਸਨ। ਅੱਜ ਕੱਲ੍ਹ ਦੇ ਉਹ ਲੰਗਰਾਂ ਵੀ ਸ਼ਾਇਦ ਉਹ ਨਜ਼ਰ ਨਹੀਂ ਆਉਂਦੇ। ਤੋ ਉਹਨਾਂ ਤੋਂ ਬਾਅਦ ਬੀਬੀ ਭਾਨੀ ਜੀ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਬੀਬੀ ਭਾਨੀ ਜੀ ਨੇ ਬਹੁਤ ਹੀ ਕਾਲਨਾ ਕਾਲੀ ਹੈ, ਔਰ ਅੱਗੋਂ ਕੌਮ ਨੂੰ ਤੋਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੇ ਅੱਗੋਂ ਪੁੱਤਰਾਂ ਪੋਤਰਿਆਂ ਪੜਪੋਤਰਿਆਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਨਿਭਾਈ ਹੈ। ਉਸ ਤੋਂ ਬਾਅਦ ਜ਼ਿਕਰ ਹੁੰਦਾ ਹੈ ਮਾਤਾ ਨਾਨਕੀ ਜੀ ਦਾ, ਜਿਹੜੇ ਕਿ ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਇਹਨਾਂ ਨੇ ਵੀ ਬੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਨ, ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰਕ ਦੌਰਿਆਂ ਦੇ ਵਿੱਚ ਖਾਸ ਤੌਰ ਤੇ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਇਹ ਜਿਹੜੇ ਹਨ ਜ਼ਰੂਰ ਉਹਨਾਂ ਦੇ ਨਾਲ ਹੁੰਦੇ ਸਨ। ਫਿਰ ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਅੰਦਰ, ਕਿ ਜਦੋਂ ਸਾਡੇ ਸਤਿਕਾਰਯੋਗ ਜਿਹੜੇ ਮਾਤਾ ਸਾਹਿਬ ਕੌਰ ਜੀ ਨੇ, ਉਹਨਾਂ ਨੇ ਕਿਵੇਂ ਜੋ ਖੰਡੇ ਬਾਟੇ ਦੇ ਅੰਮ੍ਰਿਤ ਦੇ ਵੇਲੇ ਜਿਹੜਾ ਹੈ ਉਹ ਨਾਲ ਵੱਧ ਕਰਕੇ ਉਸ ਜਿਹੜਾ ਸਮਾਗਮ ਸੀਗਾ ਅੰਮ੍ਰਿਤ ਖੰਡੇ ਦੀ ਬਾਟੇ ਦੀ, ਉਹਦੇ ਵਿੱਚ ਕਿਵੇਂ ਅੱਗੇ ਵੱਧ ਕੇ ਉਹਨਾਂ ਨੇ ਹਿੱਸਾ ਪਾਇਆ। ਫਿਰ ਉਸ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਲਖਤੇ ਜਿਗਰ, ਔਰ ਇਹ ਜਿਹੜੀਆਂ ਸਾਰੀਆਂ ਬੀਬੀਆਂ ਹਨ। ਉਸ ਤੋਂ ਬਾਅਦ ਬੀਬੀ ਹਰਸ਼ਰਨ ਕੌਰ ਜੀ, ਜਿਨ੍ਹਾਂ ਨੇ ਸਿੰਘ ਸੰਘਰਸ਼ਾਂ ਦੇ ਵੇਲੇ ਜਿਹੜੀ ਹੈ ਵੱਧ ਚੜ ਕੇ ਜਿਹੜੀ ਹੈ ਸੇਵਾ ਕੀਤੀ ਹੈ, ਔਰ ਉਹਨਾਂ ਨੇ ਜਿਹੜੇ ਵੀ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਉਹਨਾਂ ਦਾ ਦਾਹ ਸੰਸਕਾਰ ਕੀਤਾ, ਔਰ ਆਪ ਹੀ ਉਹ ਜਿਹੜੀ ਫਾਇਰ ਸੀਗੀ, ਉਹ ਜਿਹੜੀ ਅੱਗ ਜਲ ਰਹੀ ਸੀ ਉਹਨਾਂ ਦੇ ਸੰਸਕਾਰ ਦੀ, ਉਸ ਦੇ ਵਿੱਚ ਵੀ ਆਪਣੇ ਆਪ ਨੂੰ ਹੀ ਜਿਹੜਾ ਹੈ ਉਹ ਸੰਸਕਾਰ ਆਪਣਾ ਵੀ ਉਹਨਾਂ ਦਾ ਜਿਹੜੇ ਮੁਗਲ ਸੀਗੇ ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਸੁੱਟ ਦਿੱਤਾ। ਤੇ ਇਸ ਤਰ੍ਹਾਂ ਉਹ ਵੀ ਆਪਣੇ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਨਾਲ ਸ਼ਹੀਦ ਹੋ ਕਰਕੇ ਉਹ ਅਮਰ ਹੋ ਗਏ। ਤੋ ਇਹ ਜੋ ਸਿੱਖ ਬੀਬੀਆਂ ਹਨ, ਇਹਨਾਂ ਦੇ ਜਿਹੜੇ ਕੰਮ ਹਨ, ਜਿਹੜੀ ਇਹਨਾਂ ਦੀ ਹਿੰਮਤ ਹੈ, ਉਹ ਕਿਸੇ ਵੀ ਮਰਦਾਂ ਨਾਲੋਂ ਘੱਟ ਨਹੀਂ ਸੀ, ਔਰ ਬੜੀ ਦਲੇਰੀ ਵਾਲਾ ਕੰਮ। ਮੈਂ ਇੱਥੇ ਇੱਕ ਗੱਲ ਹੋਰ ਬੇਨਤੀ ਕਰਾਂ ਕਿ 1922-23 ਦੇ ਅੰਦਰ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਕਾਰ ਸੇਵਾ ਹੋਣੀ ਸੀ, ਤਾਂ ਉਸ ਕਾਰ ਸੇਵਾ ਵਾਸਤੇ ਜੋ ਬੇਨਤੀ ਕੀਤੀ ਗਈ ਕਿ ਅਸੀਂ ਇਹਦੇ ਚ ਇਹਨੂੰ ਗਵਰਨਮੈਂਟ ਨੇ ਕਿਹਾ ਕਿ ਅਸੀਂ 6 ਮਹੀਨੇ ਲਗਾਵਾਂਗੇ ਇਸ ਨੂੰ। 1 ਮਿੰਟ ਜਰਾ ਸਟਾਪ ਕਰੋਗੇ ਰਿਕਾਰਡਿੰਗ ਪਲੀਜ਼। ਮੈਂ ਬੇਨਤੀ ਕਰ ਰਿਹਾ ਸੀਗਾ ਕਿ 1922-23 ਦੇ ਅੰਦਰ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਾਰ ਸੇਵਾ ਹੋਣੀ ਸੀ, ਤਾਂ ਉਸ ਕਾਰ ਸੇਵਾ ਦੇ ਵਿੱਚ ਜਦੋਂ ਡਿਸਟ੍ਰਿਕਟ ਅਥਾਰਟੀਜ਼ ਨੂੰ ਪੁੱਛਿਆ ਗਿਆ ਵੀ ਕਿੰਨੀ ਦੇਰ ਲੱਗੇਗੀ ਇਸ ਕਾਰ ਸੇਵਾ ਨੂੰ ਕਰਨ ਤੇ, ਤਾਂ ਉਹਨਾਂ ਨੇ 6 ਮਹੀਨੇ ਦਾ ਟਾਈਮ ਦੱਸਿਆ ਕਿ 6 ਮਹੀਨੇ ਲੱਗਣਗੇ। ਲੇਕਿਨ ਉਸ ਸੇਵਾ ਦੇ ਵਿੱਚ ਜਦੋਂ ਸੰਗਤਾਂ ਦੇ ਵਿੱਚ ਗੱਲ ਪਹੁੰਚੀ, ਤਾਂ ਬੀਬੀਆਂ ਨੇ ਕਿਹਾ ਵੀ ਇਹ ਤਾਂ ਅਸੀਂ ਸਾਰਿਆਂ ਨੇ ਵੀਰਾਂ ਭੈਣਾਂ ਨੇ ਮਿਲ ਕੇ ਕਰਨਾ ਹੈ। ਤੇ ਇੱਕ ਬੜੀ ਉਤਸ਼ਾਹ ਵਾਲੀ ਗੱਲ ਉਸ ਕਾਰ ਸੇਵਾ ਦੇ ਵਿੱਚੋਂ ਨਿਬੜੀ ਕਿ 2-3 ਦਿਨਾਂ ਦੇ ਅੰਦਰ ਹੀ ਉਹ ਵਿਆਹੀਆਂ ਹੋਈਆਂ ਜਿਨ੍ਹਾਂ ਦੇ ਹੱਥ ਵਿੱਚ ਜਿਹੜੇ ਹਨ ਹਾਲੀ ਵਿਆਹ ਦੀਆਂ ਰਸਮਾਂ ਵੀ ਜਿਹੜੀਆਂ ਹਨ ਉੱਥੇ ਹੀ ਸਨ, ਜਿਨ੍ਹਾਂ ਨੇ ਚੂੜੇ ਪਾਏ ਹੋਏ ਸਨ, ਉਹਨਾਂ ਹੱਥਾਂ ਦੇ ਨਾਲ ਹੀ ਉਹਨਾਂ ਨੇ ਉਹ ਕਾਰ ਸੇਵਾ ਨੂੰ ਜਿਹੜਾ ਹੈ ਉਹ ਅੰਜਾਮ ਦਿੱਤਾ। ਤੇ ਉਹ 2-3 ਦਿਨਾਂ ਅੰਦਰ ਹੀ ਉਹ ਸਾਰੀ ਕਾਰ ਸੇਵਾ ਜਿਹੜੀ ਹੈ ਉਹ ਸੰਪੂਰਨ ਹੋਈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡੇ ਨਾਲ ਤੀਜਾ ਭਿਆਨਕ ਘੱਲੂਘਾਰਾ 1984 ਵਿੱਚ ਹੋਇਆ ਹੈ, ਉਸ ਵਿੱਚ ਵੀ ਜਿੱਥੇ ਸਾਡੇ ਅੰਦਰ ਮਰਜੀਵੜੇ ਸਿੰਘ ਜਿਹੜੇ ਹਨ ਸੰਤਾਂ ਦੇ ਨਾਲ ਉਸ ਦਰਬਾਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੀ ਰੱਖਿਆ ਵਾਸਤੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਬੈਠੇ ਸਨ। ਉਹਨਾਂ ਦੇ ਵਿੱਚੋਂ ਪ੍ਰਮੁੱਖ ਬੀਬੀ ਉਪਕਾਰ ਕੌਰ ਜੀ, ਜਿਹੜੀ ਕਿ
ਇਸਤਰੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨ ਸੀ ਔਰ ਉਹਨੇ ਵੀ ਇਹ ਐਲਾਨ ਕੀਤਾ ਸੀਗਾ ਕਿ ਮੈਂ ਆਪਣਾ ਜੀਵਨ ਜਿਹੜਾ ਹੈ ਉਹ ਇਹਨਾਂ ਦੁਸ਼ਟਾਂ ਨੂੰ ਸੋਧਣ ਵਾਸਤੇ ਲਗਾਉਣਾ ਹੈ ਔਰ ਉਹ ਉੱਥੇ ਆਪਣੇ ਜਿਹੜੇ ਮੋਰਚਿਆਂ ਦੇ ਵਿੱਚ ਡਟੇ ਰਹੇ। ਉਸ ਤੋਂ ਬਾਅਦ ਦੂਸਰਾ ਇਸ ਸੰਘਰਸ਼ ਦੇ ਵਿੱਚ ਜਿਹੜਾ ਇੰਪੋਰਟੈਂਟ ਨਾਂ ਆਉਂਦਾ ਹੈ ਉਹ ਹੈ ਬੀਬੀ ਪ੍ਰੀਤਮ ਕੌਰ ਜੀ, ਜਿਹੜੇ ਸਰਦਾਰ ਰਛਪਾਲ ਸਿੰਘ ਜੀ ਜਿਹੜੇ ਪੀਏ ਸਨ ਸੰਤਾਂ ਦੇ, ਉਹਨਾਂ ਦੀ ਧਰਮ ਸੁਪਤਨੀ ਸੀ। ਇਹ ਵੀ ਜਿਹੜੇ ਹਨ ਜਿਹੜੀਆਂ ਸਾਡੇ ਅਲੱਗ-ਅਲੱਗ ਜਿਹੜੇ ਮੋਰਚੇ ਲੱਗੇ ਹੋਏ ਸਨ, ਉਹਨਾਂ ਮੋਰਚਿਆਂ ਦੇ ਵਿੱਚ ਸਰਦਾਰ ਰਛਪਾਲ ਸਿੰਘ ਜੀ ਤੇ ਉਹਨਾਂ ਦੀ ਪਤਨੀ ਬੀਬੀ ਪ੍ਰੀਤਮ ਕੌਰ ਜੀ, ਇਹ ਔਰ ਇਹਨਾਂ ਦਾ ਛੋਟਾ ਬੱਚਾ ਜਿਹੜਾ ਹੈ ਉਹ ਨਾਲ ਹੀ ਸਨ। ਜਿਸ ਵੇਲੇ ਸਰਦਾਰ ਰਛਪਾਲ ਸਿੰਘ ਜੀ ਨੇ ਫੈਸਲਾ ਕੀਤਾ ਕਿ ਅਸੀਂ ਹੁਣ ਅੱਗੇ ਜਾਣਾ ਹੈ ਤੇ ਅਸੀਂ ਦੂਸਰੇ ਜਗ੍ਹਾ ਤੇ ਜਾ ਕਰਕੇ ਉੱਥੇ ਇਹਨਾਂ ਦਾ ਮੁਕਾਬਲਾ ਕਰਨਾ ਹੈ, ਤਾਂ ਬੀਬੀ ਪ੍ਰੀਤਮ ਕੌਰ ਜੀ ਔਰ ਛੋਟਾ ਬੱਚਾ ਜਿਹੜਾ ਉਹਨਾਂ ਦੇ ਨਾਲ ਤੁਰ ਪਏ। ਥੋੜੀ ਦੂਰ ਗਏ ਸਨ ਤਾਂ ਇੱਕ ਗੋਲੀ ਵੱਜੀ, ਜਿਸ ਦੇ ਨਾਲ ਉਹ ਛੋਟਾ ਜਿਹੜਾ ਬੱਚਾ ਬੀਬੀ ਪ੍ਰੀਤਮ ਕੌਰ ਦੀ ਗੋਦ ਵਿੱਚ ਸੀਗਾ, ਉਸ ਦੀ ਡੈਥ ਹੋ ਗਈ, ਉਹ ਚੜਾਈ ਕਰ ਗਿਆ। ਬੀਬੀ ਪ੍ਰੀਤਮ ਕੌਰ ਜੀ ਨੇ ਉਸੇ ਵੇਲੇ ਉਸ ਬੱਚੇ ਨੂੰ ਥੱਲੇ ਰੱਖਿਆ ਤੇ ਅਗਾਂਹ ਤੁਰ ਪਏ। ਮੈਨੂੰ ਇੱਥੇ ਇਹ ਗੱਲ ਗੁਰੂ ਕੇ ਬਾਗ ਦੇ ਮੋਰਚੇ ਦੀ ਵੀ ਯਾਦ ਆਉਂਦੀ ਹੈ ਕਿ ਜਿਹਦੇ ਉੱਥੇ ਵੀ ਇੱਕ ਬੱਚਾ ਉਸ ਬੀਬੀ ਦੇ ਜਿਹੜਾ ਹੈ ਉਹ ਕੁਛੜ ਚੁੱਕਿਆ ਹੋਇਆ ਸੀਗਾ ਤੇ ਉਸ ਨੂੰ ਗੋਲੀ ਲੱਗਦੀ ਹੈ ਤੇ ਉਹ ਬੀਬੀ ਵੀ ਉੱਥੇ ਹੀ ਉਸ ਬੱਚੇ ਨੂੰ ਛੱਡ ਕੇ ਤੇ ਅੱਗੇ ਮੋਰਚੇ ਵਿੱਚ ਚਲੀ ਜਾਂਦੀ ਹੈ। ਉਹ ਥੋੜੀ ਦੂਰ ਅੱਗੇ ਜਾ ਕਰਕੇ ਉਸ ਨੂੰ ਵੀ ਗੋਲੀ ਜਿਹੜੀ ਹੈ ਉਹ ਲੱਗ ਜਾਂਦੀ। तो ये बीबी उस बच्चे दी अपने दी लाश छड़ के थले अगे मोर्चे वाल नूं तुर पई ते अगे जांदियां ही उस रछपाल सिंह जी नूं जिहड़ी है वो गोली लग गई, वो उत्थे ही शहीद हो गए ते बीबी प्रीतम कौर जी नूं जिहड़ा है वो गिरफ्तार कर लिया गया और वो 2 साल जिहड़े हन वो जोधपुर वाली जेल दे विच वो जिहड़े हन कैद रहे और हुण भी अपने जिहड़े हम सिक्खी सिद्ध दे विच संघर्षां दे विच जिहड़े हन वो एक्टिव। तो इस तरह ही बीबी परमजीत कौर जी, इस तरह के होर भी कई नाम ने कि जिन्हों ने इस मौके के उपर अपना जड़ा है फर्ज जड़ा है वो वीरां दे नाल कंधे नाल कंधा ला के जोड़ के उन्होंने अपनी जिम्मेवारी पूरी निभाई है। ये गल्लां ऐसियां हन जड़ियां अजोके समय के अंदर सानू अपनियां वीरां और भैणां नूं और मावां नूं और पुत्रियां नूं ये गल नूं समझाउण दी लोड़ है कि साडा जीवन जड़ा है वो गुरु साहब दे लेखे विच है। असी गुरु साहब दे दसे हुए पूरने दे उपर चलना है। ये जो फैशन दी जड़ी लै चली हुई है उसने साडा कोई सवारना नहीं है, सानू सगों सिक्खी तो दूर ले जाना है। तो ये थोड़ा जिहा इन्हां दा रैफरेंस दिंदे होए असी अगे हुण पिछे इतिहास वाल झाती मारदे हां कि जदों सिख संघर्ष जड़े सन वो जोरां ते सन, जिस वेले पत्ता पत्ता ਸਿੰਘਾਂ ਦਾ वैरी सी, उस वेले मीर मन्नू की जेल विच सिख बीबियां उपर भारी जुल्म किए जाते सन। उन्हां जुल्मां की कहानी सुन के रोंगटे खड़े हो जाते हैं अते कमजोर दिल वालियां दे संग खुश हो जाते हैं। सिक्खी सिदक निभाउण लई किवें उन्हां धर्मी बीबियां ने खन्नी खन्नी रोटी ते गुजारा किया, अपने बच्चों के टोटे टोटे करवा के हार अपने गलों में पवा लए पर गुरु जी की सिक्खी नूं दाग नहीं लगन दिता। सचमुच धन सन वो बीबियां ते धन सन उन्हां दे गोद विच बच्चे, धन सन। पर अज सिख संगत जगत दियां सिख बीबियां भैणां किधर नूं जा रही हन, समझण दी और समझाउण दी लोड़ है। पहला आप समझिए फिर दूसरिਆਂ नूं समझाइए। सिख धर्म के स्वरूप उपर बहुत भारी संकट के बदल छाए हुए हैं, जिस करके खतरा महसूस किया जा रहा है काफी लंबे समय तो। एक खतरा प्रत्यक्ष तौर पर पूरे सिख समाज विच ही देखा जा सकता है। गुरु के सिख अखवाउण वाले वीरां भैणां नूं खंडे की पहुल लैण तो डर लगता है। यह एक बहुत ही इंपॉर्टेंट इशू है कि गुरु के सिख अखवाउण वाले वीरां ते भैणां नूं अज खंडे की पहुल लैण तो डर लगता है, वो इस पासे वाल मूँह नहीं करते। नौजवान लड़के केस कटवा के बाबू बन रहे हैं, घरां विच नशे तबाही मचा रहे हैं, अपनी माँ बोली पंजाबी नूं भुलाया जा रहा है।
ਗੁਰਸਿੱਖ ਲੜਕੇ ਤੇ ਲੜਕੀਆਂ ਲਈ ਯੋਗ ਵਾਰ ਭਾਲਣ ਦੀ ਔਕੜ ਅਤੇ ਇਸ ਤਰ੍ਹਾਂ ਦੀ ਅਣਗਿਣਤ ਸਮੱਸਿਆਵਾਂ ਨੇ ਸਿੱਖੀ ਨੂੰ ਚਾਰੇ ਪਾਸਿਓਂ ਤੋਂ ਘੇਰ ਰੱਖਿਆ ਹੈ। ਸੂਝਵਾਨ ਬੀਬੀਓ ਤੇ ਭੈਣੋ, ਤੁਹਾਡੇ ਹਿੰਮਤ ਕਰਨ ਤੋਂ ਬਿਨਾਂ ਹੁਣ ਕੌਮ ਨੂੰ ਸੰਭਾਲਣਾ ਅਸੰਭਵ ਜਿਹਾ ਲੱਗਦਾ ਹੈ। ਇਕੱਲੇ ਕੁਝ ਇੱਕ ਗੁਰਸਿੱਖ ਵੀਰ ਸਿੱਖ ਦੀ ਰੁੜ ਰਹੀ ਪੰਡੀਰੀ ਨੂੰ ਸੰਭਾਲ ਨਹੀਂ ਪਾ ਰਹੇ। ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਦੁਨੀਆ ਭਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਤੋਂ ਬਾਅਦ ਅਗਰ ਕੋਈ ਦਰਜਾ ਆਉਂਦਾ ਹੈ ਤੇ ਉਹ ਮਾਂ ਦਾ ਦਰਜਾ ਆਉਂਦਾ ਹੈ, ਜਿਹੜੀ ਕਿ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ, ਚੱਲਣਾ ਸਿਖਾਉਂਦੀ ਹੈ ਔਰ ਪੜ੍ਹਨਾ ਸਿਖਾਉਂਦੀ ਹੈ ਔਰ ਗੁੜਤੀ ਦਿੰਦੀ ਹੈ। ਔਰ ਇਹ ਮੈਂ ਕਹਿ ਦਿਆਂ ਕਿ ਜੇ ਉਸ ਬੱਚੇ ਨੂੰ ਬੰਦਾ ਬਣਾਉਂਦੀ ਹੈ ਤੇ ਉਹ ਮਾਂ ਹੀ ਬਣਾਉਂਦੀ ਹੈ, ਤੇ ਜੇ ਵਿਗਾੜਦੀ ਵੀ ਹੈ ਸ਼ੁਰੂ ਚ ਤੇ ਉਹ ਮਾਂ ਹੀ ਵਿਗਾੜਦੀ ਹੈ। ਜੇ ਸ਼ੁਰੂ ਚ ਬੱਚੇ ਨੂੰ ਨਹੀਂ ਸੰਭਾਲਿਆ ਜਾਂਦਾ ਤੇ ਬੱਚਾ ਵੱਡਾ ਹੋ ਕੇ ਜਿਹੜਾ ਹੈ ਸਿੱਖੀ ਤੋਂ ਕਿਤੇ ਕੋਹਾਂ ਦੂਰ ਜਿਹੜਾ ਚਲਾ ਜਾਂਦਾ। ਹੁਣ ਤੁਹਾਡੇ ਸਹਾਰੇ ਦੀ ਭਾਰੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਬੀਬੀਓ, ਹਿੰਮਤ ਕਰੋ, ਹੋਰ ਕੁਝ ਨਹੀਂ ਤਾਂ ਤੁਸੀਂ ਛੋਟੇ ਬੱਚਿਆਂ ਨੂੰ ਹੀ ਸੰਭਾਲ ਲਵੋ। ਉਹਨਾਂ ਨੂੰ ਰਾਤੀ ਸੌਣ ਤੋਂ ਪਹਿਲਾਂ ਭਾਈ ਤਾਰੂ ਸਿੰਘ ਜੀ ਵਰਗੇ ਸੂਰਬੀਰ ਬਹਾਦਰਾਂ ਦੀਆਂ ਸਾਖੀਆਂ ਸੁਣਾਓ, ਸ਼ਹੀਦਾਂ ਦੀਆਂ ਸਾਖੀਆਂ ਸੁਣਾਓ। ਤੁਸੀਂ ਆਪ ਬੱਚਿਆਂ ਨੂੰ ਕੋਲ ਬਿਠਾ ਕੇ ਪਾਠ ਕਰੋ। ਘਰ ਵਿੱਚ ਪ੍ਰਸ਼ਾਦਾ ਪਾਣੀ ਬਣਾਉਣ ਲੱਗਿਆ ਵੀ ਬਾਣੀ ਦਾ ਆਪ ਜੀ ਪਾਠ ਕਰੋ। ਔਰ ਅਜਿਹਾ ਕਰਨ ਨਾਲ ਤੁਹਾਡੇ ਘਰ ਪਰਿਵਾਰ ਦਾ ਕੋਈ ਨੁਕਸਾਨ ਵੀ ਨਹੀਂ ਹੋਏਗਾ, ਪਰ ਕੌਮ ਦਾ ਭਲਾ ਜ਼ਰੂਰ ਹੋਵੇਗਾ। ਜੇਕਰ ਹੋ ਸਕੇ ਤਾਂ ਕਿਸੇ ਮਿਸ਼ਨਰੀ ਕਾਲਜ ਵਿੱਚੋਂ ਧਰਮ ਪ੍ਰਚਾਰ ਕਰਨ ਦੀ ਥੋੜੀ ਜਿਹੀ ਟ੍ਰੇਨਿੰਗ ਲੈ ਲਵੋ। ਇਹ ਬੜਾ ਇੰਪੋਰਟੈਂਟ ਇਸ਼ੂ ਹੈ ਕਿ ਸਾਨੂੰ ਫੋਕਸ ਬੀਬੀਆਂ ਦੇ ਉੱਪਰ ਵੀ ਜ਼ਿਆਦਾ ਕਰਨਾ ਪਏਗਾ। ਹੋ ਰਿਹਾ ਹੈ, ਕੀਤਾ ਜਾ ਰਿਹਾ, ਲੇਕਿਨ ਬੀਬੀਆਂ ਜਿਹੜੀਆਂ ਹਨ ਉਹ ਪ੍ਰਚਾਰਕ ਸਿੰਘਾਂ ਦੇ ਮੁਕਾਬਲੇ 'ਚ ਬਹੁਤ ਘੱਟ। ਦ੍ਰਿੜ ਇਰਾਦੇ ਨਾਲ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਧਰਮ ਦੇ ਪ੍ਰਚਾਰ ਲਈ ਕੁਝ ਨਾ ਕੁਝ ਜ਼ਰੂਰ ਉਦਮ ਕਰੋ। ਬੀਬੀਓ ਤੇ ਭੈਣੋ, ਜੇਕਰ ਇਸ ਪਾਸੇ ਵੱਲ ਤੁਸੀਂ ਹੁਣ ਵੀ ਕੋਈ ਧਿਆਨ ਨਾ ਦਿੱਤਾ ਤਾਂ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਦੀ ਪੂਰਤੀ ਸੈਂਕੜੇ ਸਾਲਾਂ ਵਿੱਚ ਕਿਸੇ ਕੋਲੋਂ ਵੀ ਨਹੀਂ ਹੋ ਸਕਦੀ। ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਫਰਜ਼ ਪਛਾਣਦੇ ਹੋਏ ਇਸ ਪਾਸੇ ਵੱਲ ਕੋਈ ਠੋਸ ਕਦਮ ਉਠਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜੋ ਉਹ ਪ੍ਰਾਪਤ ਕਰੋਗੇ। तो ये एक हलूना सी जो आप जी दे नाल मैं साझा किया है। इस तो बाद मैं आप जी दे नाल एक ऐसी जो बीबी है उसका जरा है मैं शेयर करना चाहना हाँ कि जिन्हों ने बड़े ही सजे ढंग दे नाल जिहड़ी है वो अपनी पेश की है जीवन दे विच। और मैं बीबी का नाम पढ़दा जी, वो ने बीबी मनराज कौर जी। इस पुत्री हन ज्ञानी जगजीत सिंह जी सिद्दकी। उन्हां दा खालसा अखबार विच छपिया उन्हां दा इह लेख उन्हां दी सिੱਖੀ प्रति दृढ़ता लई समर्पित होण लई आप जी दे सामने मैं पेश कर रहा। इस लेख नूं विचारदे ऐसा महसूस होया कि जिवें सिख इस्त्री सिर्फ औरत ना होके सगों जिम्मेवारी होवे, जिसदी शरीरक सिरजना बेशक कुदरती है, भावें उसके शरीरक तौर पर वो किसी तरीके नाल थोड़ी कमजोर हो सकती है, पर रूहानी सिरजना गुरबाणी ते इतिहास करता है। स्त्री होवे या मर्द होवे, बच्चा होवे या बिरध होवे, हरेक पक्ष तो परिपूर्ण ये जिम्मेवारी जदों अपने वर्गियां और जिम्मेवारियां दी सिरजना अपना सब कुछ दाह ते ला के भी करती है ते फिर संसार दी भेटा कर दिंदी है तो अपनी जिम्मेवारी पूरी हुई समझती है। यह है स्त्री दा जज्बा, यह है स्त्री दी कमिटमेंट। सिख स्त्री दी सिरजना उसे दिन शुरू हो गई जिस दिन गुरु नानक पातशाह जी ने अपनी
ਬਾਣੀ ਦੇ ਅੰਦਰ ਇਹ ਲਿਖਿਆ ਕਿ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਔਰਤ ਨੂੰ ਕੇਵਲ ਬੱਚੇ ਪੈਦਾ ਕਰਨ ਦੀ ਮਸ਼ੀਨ ਜਾਂ ਸੈਕਸ ਕਰਨ ਦੀ ਇੱਕ ਜਿਹੜੀ ਹੈ ਉਹ ਐਂਟਰਟੇਨਮੈਂਟ ਮੰਨੀ ਜਾਂਦੀ ਸੀ, ਔਰ ਉਸ ਨੂੰ ਕੋਈ ਧਰਮ ਵਾਲੇ ਪਾਸੇ ਤਾਂ ਉਸ ਨੂੰ ਕੋਈ ਵੀ ਜਿਹੜਾ ਹੈ ਉਹ ਇੰਪੋਰਟੈਂਸ ਨਹੀਂ ਸੀ ਦਿੱਤੀ ਜਾਂਦੀ। ਔਰ ਜਿਵੇਂ ਇਸਲਾਮ ਹੈ, ਇਹਨਾਂ ਧਰਮਾਂ ਦੇ ਅੰਦਰ ਤਾਂ ਉਹਨਾਂ ਨੂੰ ਪੂਜਾ ਕਰਨ ਦਾ, ਆਪਣਾ ਅਕੀਦਾ ਪੇਸ਼ ਕਰਨ ਦਾ ਵੀ ਉਹਨਾਂ ਨੂੰ ਜਿਹੜਾ ਅਧਿਕਾਰ ਨਹੀਂ ਸੀ। ਔਰ ਕਈ ਹੋਰ ਵੀ ਸਾਡੇ ਹਿੰਦੁਸਤਾਨੀ ਧਰਮ ਹਨ ਜਿਨ੍ਹਾਂ ਨੇ ਇਸਤਰੀਆਂ ਨੂੰ ਬੜੇ ਹੀ ਮਾੜੇ ਲਫ਼ਜ਼ਾਂ ਦੇ ਨਾਲ ਉਹਨਾਂ ਨੂੰ ਕਿਹਾ ਕਿ ਇਹ ਤਾਂ ਬਾਗਣੀ ਹੈ, ਇਹ ਜਿਹੜਾ ਨਰਕ ਭੋਰ ਦਾ ਦੁਆਰਾ ਹੈ। ਔਰ ਇਹ ਬੀਬੀਆਂ ਨੂੰ ਕਿਹਾ, ਇਸ ਤਰੀਕੇ ਨਾਲ ਔਰਤ ਨੂੰ ਕਿਹਾ ਜਾਂਦਾ ਸੀ ਕਿ ਇਸ ਤੋਂ ਕੋਈ ਵੀ ਚੰਗੀ ਗੱਲ ਦੀ ਆਸ ਨਹੀਂ ਕੀਤੀ ਜਾ ਸਕਦੀ। ਔਰ ਇਹਨਾਂ ਨੂੰ ਪੈਰਾਂ ਦੀ ਜੁੱਤੀ ਤੱਕ ਕਿਹਾ ਗਿਆ, ਔਰ ਇਹਨਾਂ ਕਿਹਾ ਕਿ ਇਹਨਾਂ ਦੀ ਮੱਤ ਜਿਹੜੀ ਹੈ ਗੁੱਤ ਪਿੱਛੇ ਹੁੰਦੀ ਹੈ। ਪਰ 5 ਸਾਲ ਵੱਡੀ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨੇਊ ਨਾਲ ਵੀ ਧਾਰਮਿਕ ਜੀਵਨ ਆਰੰਭ ਕੀਤਾ, ਜਦੋਂ ਉਹਨਾਂ ਨੇ ਆਪਣੇ ਧਰਮ ਦੇ ਠੇਕੇਦਾਰਾਂ ਨੂੰ ਇਹ ਸਵਾਲ ਕੀਤਾ ਜਨੇਊ ਦਾ, ਤਾਂ 5 ਸਾਲ ਵੱਡੀ ਬੇਬੇ ਨਾਨਕੀ ਨੂੰ ਇਹ ਹੱਕ ਪਹਿਲਾਂ ਕਿਉਂ ਨਹੀਂ ਮਿਲ ਰਿਹਾ ਸੀ ਕਿ ਇਹ ਜੋ ਹੱਕ ਗੁਰੂ ਨਾਨਕ ਪਾਤਸ਼ਾਹ ਨੇ ਔਰਤ ਜਾਤੀ ਨੂੰ ਦਿੱਤਾ। ਤਾਂ ਬੇਬੇ ਨਾਨਕੀ ਜੀ ਉਹਨਾਂ ਤੋਂ 5 ਸਾਲ ਵੱਡੇ ਸਨ, ਤਾਂ ਉਹਨਾਂ ਨੂੰ ਇਹ ਜਿਹੜਾ ਹੱਕ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਉਹ ਪਹਿਲਾਂ ਨਹੀਂ ਸੀ ਮਿਲ ਰਿਹਾ। ਮੌਜੂਦਾ ਸਿਰਕੱਢ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਦੇ ਬੁੱਲ ਹੀ ਸੀਤੇ ਗਏ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਔਰਤ ਦੇ ਸਨਮਾਨ ਦੇ ਵਿੱਚ ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਅੰਕਿਤ ਕਰ ਦਿੱਤੇ। ਸੰਸਾਰ ਸਾਹਮਣੇ ਇੱਕ ਚੀਜ਼ ਪੂਰੀ ਤਰ੍ਹਾਂ ਸਾਫ਼ ਹੈ ਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਵਿੱਚ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਸੁਰਖਣੀ ਜੀ ਪੂਰੀ ਤਨਦੇਹੀ ਨਾਲ ਸ਼ਾਮਲ ਸਨ। ਮਾਤਾ ਖੀਵੀ ਜੀ ਦੇ ਰੂਪ ਵਿੱਚ ਜਦੋਂ ਹਰ ਵਰਨ ਦੇ ਧਰਮ ਦੇ ਲੋਕਾਂ ਨੂੰ ਇੱਕੋ ਹੀ ਪੰਗਤ ਵਿੱਚ ਬੜੇ ਅਦਬ ਨਾਲ ਬਿਠਾ ਕੇ ਲੰਗਰ ਛਕਾਉਣ ਵਾਲੀ ਉਸ ਸਮੇਂ ਦੀ ਅਤ ਆਧੁਨਿਕ ਔਰਤ ਦੇ ਰੂਪ ਵਿੱਚ ਉੱਪਰ ਕੇ ਸਾਹਮਣੇ ਆਉਂਦੀ ਹੈ, ਤਾਂ ਸੰਸਾਰ ਹੈਰਾਨਗੀ ਨਾਲ ਇਸ ਇਨਕਲਾਬੀ ਔਰਤ ਦਾ ਮੂੰਹ ਦੇਖਦਾ ਰਹਿ ਜਾਂਦਾ ਹੈ ਕਿ ਇਹ ਔਰਤਾਂ ਦਾ ਘਰੋਂ ਘੁੰਡ ਕੱਢ ਕੇ ਹੀ ਨਿਕਲਦੀਆਂ ਸਨ, ਬਾਹਰ ਘੁੰਡ ਲੈ ਕੇ ਬਾਹਰ ਨਿਕਲਦੀਆਂ ਸਨ, ਤੇ ਇਹ ਅੱਜ ਕਿਵੇਂ ਬਿਨਾਂ ਘੁੰਡ ਕੀਤੇ ਹੋਏ, ਬਿਨਾਂ ਪਰਦੇ ਤੋਂ ਸੰਗਤ ਦੀ ਸੇਵਾ ਕਰ ਰਹੀ ਹਨ, ਸਤਿਨਾਮ ਵਾਹਿਗੁਰੂ ਦਾ ਜਾਪ ਕਰਾ ਰਹੀ ਹਨ। ਇਸੇ ਇਨਕਲਾਬ ਨੂੰ ਅੱਗੇ ਤੋਰਦਿਆਂ ਜਦੋਂ ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਬੀਬੀ ਵੀਰੋ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦਾ ਜ਼ਿਕਰ ਅਸੀਂ ਉੱਪਰ ਕਰ ਬੈਠੇ ਹਾਂ, ਮਾਤਾ ਅਜੀਤ ਕੌਰ ਜੀ, ਬੀਬੀ ਅਨੂਪ ਕੌਰ ਜੀ, ਬੀਬੀ ਸ਼ਰਨ ਕੌਰ ਜੀ, ਮਾਤਾ ਭਾਗ ਕੌਰ, ਇਹ ਹਨ ਕਿ ਹੁਣ ਤੱਕ ਅਣਗਿਣਤ ਮਾਤਾਵਾਂ ਭੈਣਾਂ ਨੇ ਇਸ ਨੂੰ ਆਪਣੇ ਸਿਖਰ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਹੈ। ਮੈਂ ਇਹ ਬੇਨਤੀ ਕਰਦਿਆਂ ਕਿ ਇਹ ਜੋ ਪੱਖ ਹਨ ਸਾਡੇ ਇਤਿਹਾਸ ਦੇ, ਇਹਨਾਂ ਨੂੰ ਉਜਾਗਰ ਨਹੀਂ ਕੀਤਾ ਜਾਂਦਾ। ਜਦੋਂ ਵੀ ਇਤਿਹਾਸ ਸੁਣਾਉਂਦੇ ਆ, ਅਸੀਂ ਬੀਬੀਆਂ ਦੇ ਇਤਿਹਾਸ ਨੂੰ ਬਿਲਕੁਲ ਹੀ ਭੁੱਲ ਜਾਂਦੇ ਆ ਕਿ ਉਹਨਾਂ ਨੇ ਕਿਵੇਂ ਮੋਢੇ ਨਾਲ ਮੋਢਾ ਢਾ ਕੇ ਗੁਰੂ ਨਾਨਕ ਦੀ ਸਿੱਖੀ ਨੂੰ ਔਰ ਅਸੂਲਾਂ ਨੂੰ ਅੱਗੇ ਤੋਰਿਆ, ਹਰ ਤਰ੍ਹਾਂ ਨਾਲ ਹਰੇਕ ਤਰ੍ਹਾਂ ਦੇ ਫਰਜ਼ ਨੂੰ ਪੂਰਾ ਕੀਤਾ ਹੈ। ਜੇ ਸਾਹਮਣੀ ਲੜਾਈ ਦੀ ਲੋੜ ਹੈ, ਮੈਦਾਨੇ ਜੰਗ ਵਿੱਚ ਦਿਖਾਈ ਦਿੰਦੀ ਹੈ ਸਿੱਖ ਔਰ ਸਿੱਖ ਬੀਬੀ ਦੇ ਅੰਦਰ ਬਹਿ ਕੇ ਸਿਖਲਾਈ ਦੇਣ ਅਤੇ ਸਾਰਾ ਕੁਝ ਸੰਭਾਲਣ ਦੀ ਲੋੜ ਪੈਂਦੀ ਹੈ, ਤਾਂ ਆਪਣੀ ਹੋਂਦ ਨੂੰ ਇੱਕ ਅਦਬ ਅਧਿਕ ਖੁਸ਼ਬੂ ਬਣਾ ਲੈਂਦੀ ਹੈ, ਮਹਿਕ ਵੰਡਦੀ ਹੈ, ਪਰ ਦਿਖਾਈ ਨਹੀਂ ਦਿੰਦੀ। ਕਾਸ਼ ਅਜੋਕਾ ਸਿੱਖ ਸਮਾਜ ਵੀ ਸਮਾਜਿਕ, ਮਾਨਸਿਕ, ਧਾਰਮਿਕ ਅਤੇ ਆਤਮਿਕ ਉਸਾਰੀ ਵਿੱਚ ਔਰਤ ਦੀ ਇਸ ਮਹੱਤਵਪੂਰਨ ਭੂਮਿਕਾ ਨੂੰ ਸਮਝ ਕੇ ਔਰਤ ਦੀ ਵਧੀਆ ਤੋਂ ਵਧੀਆ ਘਾੜਤ ਲਈ ਤਹਿ ਦਿਲੋਂ ਹਮਲੇ ਮਾਰੇ, ਉਸ ਨੂੰ ਵਧੀਆ ਮਾਹੌਲ ਮਿਲ ਸਕੇ ਜਿਸ ਵਿੱਚ ਉਹ ਵੀ ਉਸਾਰੂ ਸੋਚਾਂ ਨੂੰ ਮੰਨਦੀ ਹੋਈ ਸਮੇਂ ਦੀ ਹਾਨੀ ਹੋਵੇ ਤੇ ਆਪਣੀਆਂ ਪਰੰਪਰਾਗਤ ਜ਼ਿੰਮੇਵਾਰੀਆਂ ਨੂੰ ਵੀ ਨਿਭਾ ਸਕੇ। ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ, ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ, ਉਹਨਾਂ ਨੂੰ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਤੋਂ ਇਲਾਵਾ ਜਿਹੜੀ ਧਾਰਮਿਕ ਜ਼ਿੰਮੇਵਾਰੀਆਂ ਵੀ ਔਰਤ ਜੀ ਨੇ ਬਖੂਬੀਆਂ ਜਿਹੜੀਆਂ ਹਨ ਉਹ ਨਿਭਾਈਆਂ ਹਨ। ਫਿਲਹਾਲ ਤਾਂ ਇਹ ਹਾਲਤ ਹੈ ਕਿ ਜਦੋਂ ਔਰਤ ਧੀ ਦੇ ਰੂਪ ਵਿੱਚ ਕਿਤੇ ਜਨਮ ਲੈਂਦੀ ਹੈ
ਤਾਂ ਬਹੁਤ ਪਰਿਵਾਰਾਂ ਵਿੱਚ ਅਜੇ ਵੀ ਉਸ ਦਾ ਸਵਾਗਤ ਹੋਕਿਆਂ ਨਾਲ ਹੁੰਦਾ ਹੈ। ਹਾਏ ਕੁੜੀ ਜੰਮ ਪਈ, ਹਾਏ ਕੁੜੀ ਜੰਮ ਪਈ। ਫਿਰ ਉਸ ਦਾ ਪਾਲਣ ਪੋਸ਼ਣ ਕਰਦਿਆਂ ਵੀ ਮਾਂ ਸਮੇਤ ਪਰਿਵਾਰ ਦੀਆਂ ਹੋਰ ਔਰਤਾਂ ਵੀ ਉਸ ਨੂੰ ਹਰ ਸਮੇਂ ਲੜਕੀ ਹੋਣ ਦੀ ਚੇਤਾਵਨੀਆਂ ਹੀ ਦਿੰਦੀਆਂ ਨਜ਼ਰ ਆਉਂਦੀਆਂ ਹਨ। ਹਰ ਵਕਤ ਉਸਦੇ ਮਨ ਵਿੱਚ ਇੱਕ ਸਹਿਮ ਬਿਠਾਇਆ ਜਾਂਦਾ ਹੈ, ਤੂੰ ਕੁੜੀ ਹੈ, ਕੱਲ ਨੂੰ ਸਹੁਰੇ ਘਰ ਜਾਣਾ ਹੈ, ਤੂੰ ਆ ਨਹੀਂ ਕਰਨਾ, ਤੂੰ ਉਹ ਨਹੀਂ ਕਰਨਾ। ਲੜਕੀ ਆਪਣੀ ਹੋਂਦ ਦੀ ਆਜ਼ਾਦੀ ਬਾਰੇ ਵੱਡੇ ਸ਼ੰਕੇ ਮਨ ਵਿੱਚ ਲੈ ਕੇ ਵੱਡੀ ਹੁੰਦੀ ਹੈ, ਜਵਾਨ ਹੁੰਦੀ ਹੈ। ਹਰ ਸਮੇਂ ਡਰੇ ਰਹਿਣਾ ਅਸੀਂ ਸਮਝ ਸਕਦੇ ਹਾਂ ਕਿ ਇਸ ਮਾਨਸਿਕ ਮਾਹੌਲ ਨਾਲ ਪਲੀ ਇੱਕ ਸ਼ਖਸੀਅਤ ਸਮਾਜ ਨੂੰ ਕੀ ਦੇਣ ਦੇ ਸਕੇਗੀ। ਮਨੋਵਿਗਿਆਨ ਦੱਸਦਾ ਹੈ ਕਿ ਜੋ ਵੀ ਸਾਨੂੰ ਸੰਸਾਰ ਤੋਂ ਮਿਲਦਾ ਹੈ, ਅਸੀਂ ਉਹੀ ਸੰਸਾਰ ਨੂੰ ਕਈ ਗੁਣਾ ਕਰਕੇ ਮੋੜ ਦਿੰਦੇ ਹਾਂ। ਦੂਜੇ ਪਾਸੇ ਆਪਣੇ ਆਪ ਨੂੰ ਆਧੁਨਿਕ ਕਹਾਉਣ ਵਾਲੇ ਕਈ ਪਰਿਵਾਰ ਘਰ ਜਨਮੀ ਧੀ ਦਾ ਸਵਾਗਤ ਇਹ ਕਹਿ ਕੇ ਕਰਦੇ ਹਨ, ਅਸੀਂ ਆਪਣੀ ਧੀ ਨੂੰ ਮੁੰਡਿਆਂ ਵਾਂਗ ਪਾਲਾਂਗੇ ਜਾਂ ਫਿਰ ਮੁੰਡਿਆਂ ਤੋਂ ਵਧੀਆ ਪਾਲਾਂਗੇ। ਲੜਕੀ ਇੱਥੇ ਵੀ ਆਪਣੀ ਹੋਂਦ ਬਾਰੇ ਸ਼ੰਕੇ ਲੈ ਕੇ ਹੀ ਵੱਡੀ ਹੁੰਦੀ ਹੈ ਕਿ ਲੜਕੀ ਹੋਣਾ ਮਾੜਾ ਹੁੰਦਾ ਹੈ ਤੇ ਮੁੰਡੇ ਹੋਣਾ ਵੀ ਵਧੀਆ ਹੁੰਦਾ ਹੈ। ਮੈਂ ਇੱਥੇ ਆਪ ਜੀ ਨਾਲ ਇਹ ਗੱਲ ਸਾਂਝੀ ਕਰਾਂ ਕਿ ਪੰਜਾਬ ਦੇ ਕੁਝ ਫਿਰਕੇ ਐਸੇ ਸਨ ਕਿ ਜਦੋਂ ਉਹਨਾਂ ਦੇ ਘਰ ਕੋਈ ਲੜਕੀ ਪੈਦਾ ਹੁੰਦੀ ਸੀ ਤਾਂ ਉਸ ਘਰ ਦੇ ਵੱਡੇ ਵਡੇਰੇ ਮਾਂ ਦੇ ਪੁੱਛੇ ਬਿਨਾ ਉਸ ਛੋਟੀ ਜਿਹੜੀ ਮਾਸੂਮ ਜਿਹੀ ਲੜਕੀ ਨੂੰ ਇੱਕ ਘੜੇ ਵਿੱਚ ਪਾ ਕਰਕੇ ਤੇ ਉਹਦੇ 'ਚ ਗੁੜ ਰੱਖ ਕੇ ਤੇ ਉਹਦੇ ਵਿੱਚ ਰੂਹ ਰੱਖ ਕੇ ਉਸ ਨੂੰ ਜਾ ਕਰਕੇ ਬਾਹਰ ਕਿਤੇ ਦਾਬਾਂਦੇ ਸਨ। ਤੇ ਉੱਥੋਂ ਕਹਿੰਦੇ ਕੀ ਸਨ ਕਿ ਗੁੜ ਖਾਈ ਤੇ ਲਾਈ ਛੱਲੀ, ਛੱਲੀ ਤੋਂ ਭਾਵ ਹੈ ਰੂਹ ਦਾ, ਉਹਨੂੰ ਕੱਤੀ ਤੇ ਆਪ ਨਾ ਆਵੀਂ ਤੇ ਵੀਰ ਨੂੰ ਕੱਲੀ, ਕਿ ਤੂੰ ਦੁਬਾਰਾ ਪੈਦਾ ਨਾ ਹੋਈ ਸਾਡੇ ਘਰ ਵਿੱਚ ਤੇ ਤੂੰ ਆਪਣੇ ਭਰਾ ਨੂੰ ਭੇਜੀ, ਪਾਓ ਮੇਲ ਮੈਂਬਰ ਨੂੰ ਭੇਜੀ। ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਕਿੰਨੀ ਸੁਖੀ ਉਹ ਲੜਕੀ ਹੈ ਜਿਹਨੂੰ ਸੰਸਾਰ ਦਾ ਮੂੰਹ ਨਹੀਂ ਵੇਖਣਾ ਮਿਲਿਆ ਤੇ ਉਸ ਨੂੰ ਜਿਹੜਾ ਹੈ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਆਸ ਇਹ ਕੀਤੀ ਜਾਂਦੀ ਹੈ ਕਿ ਉਹ ਦੁਬਾਰਾ ਜਨਮ ਨਾ ਲਏ ਇਸ ਘਰ ਦੇ ਅੰਦਰ ਤੇ ਸਗੋਂ ਉਹ ਆਪਣੇ ਭਰਾ ਨੂੰ ਇੱਥੇ ਭੇਜੇ। ਉਹ ਲੜਕੀ ਔਰ ਲੜਕੇ ਦੇ ਵਿੱਚ ਜਿਹੜਾ ਇਹ ਡਿਫਰੈਂਸ ਹੈ, ਇਹ ਇੱਕ ਬਹੁਤ ਹੀ ਜਿਹੜੀ ਹੈ ਘਟੀਆ ਗੱਲ ਹੈ, ਜੋ ਕਿ ਗੁਰੂਆਂ ਦੇ ਉਪਦੇਸ਼ਾਂ ਤੋਂ ਬਿਲਕੁਲ ਹੀ ਉਲਟ ਹੈ। ਲੜਕੀ ਇੱਥੇ ਵੀ ਆਪਣੀ ਹੋਂਦ ਬਾਰੇ ਸ਼ੰਕੇ ਲੈ ਕੇ ਹੀ ਵੱਡੀ ਹੁੰਦੀ ਹੈ ਕਿ ਲੜਕੀ ਹੋਣਾ ਮਾੜਾ ਹੁੰਦਾ ਹੈ ਤੇ ਮੁੰਡੇ ਹੋਣਾ ਹੀ ਵਧੀਆ ਹੁੰਦਾ ਹੈ। ਘਰਾਂ ਦੇ ਵਿੱਚ ਵੀ ਮੁੰਡਿਆਂ ਦੇ ਨਾਲ ਜਿਹੜੀ ਹੈ ਔਰ ਲੜਕੀ ਦੇ ਨਾਲ ਜਿਹੜਾ ਹੈ ਮੁੰਡਿਆਂ ਨੂੰ ਖੁੱਲੀ ਬਾਗ ਛੁੱਟੀ ਹੁੰਦੀ ਹੈ ਤੇ ਲੜਕੀ ਨੂੰ ਜਿਹੜਾ ਹੈ ਉਹ ਥੋੜਾ ਜਿਹਾ ਇਨਫੀਰੀਅਰਿਟੀ ਕੰਪਲੈਕਸ ਹੋ ਜਾਂਦਾ ਹੈ ਕਿ ਮੈਨੂੰ ਤੇ ਵਾਧੂ ਸਮਝਿਆ ਜਾਂਦਾ ਹੈ। ਇਹ ਦੋਹਰੀ ਸ਼ਖਸੀਅਤ ਦੀ ਮਾਲਕ ਬਣ ਜਾਂਦੀ ਹੈ ਕਿ ਪਲਦੀ ਹੈ ਮੁੰਡਿਆਂ ਵਾਂਗਨ, ਲੇਕਿਨ ਸ਼ਖਸੀਅਤ ਜਿਹੜੀ ਹੈ ਉਸਦੀ ਉਹ ਇਨਫੀਰੀਅਰਿਟੀ ਕੰਪਲੈਕਸ ਵਿੱਚ ਹੁੰਦੀ ਹੈ। ਕੁਦਰਤ ਨੇ ਕੁਝ ਹੋਰ ਬਣਾਇਆ ਹੈ, ਜੀ ਕਿਸੇ ਹੋਰ ਤਰੀਕੇ ਨਾਲ ਰਹੀ ਹੈ। ਮੁੰਡਾ ਬਣ ਨਹੀਂ ਸਕਦੀ, ਲੜਕੀ ਰਹਿ ਨਹੀਂ ਸਕਦੀ। ਇਸ ਤਰ੍ਹਾਂ ਦੀ ਦੋਹਰੀ ਸ਼ਖਸੀਅਤ ਵੀ ਸੰਸਾਰ ਨੂੰ ਕੀ ਦੇਣ ਦੇ ਸਕਦੀ ਹੈ, ਉਹ ਲੜਕੀ ਵਿਚਾਰਨਾ ਬੰਦਾ ਹੈ। ਇਹ ਤਾਂ ਰਹੀ ਘਰੇਲੂ ਪਾਲਣ ਪੋਸ਼ਣ ਦੀ ਗੱਲ। ਜਿਵੇਂ ਹੀ ਉਹ ਬਾਹਰਲੇ ਸਮਾਜ ਵਿੱਚ ਕਦਮ ਰੱਖਦੀ ਹੈ ਤਾਂ ਸਮਾਜ ਵੱਲੋਂ ਮਿਲਦੀ ਨੀਚ ਭਾਵਨਾ ਦੀ ਸ਼ਿਕਾਰ ਹੋ ਜਾਂਦੀ ਹੈ ਜਾਂ ਉੱਚ ਭਾਵਨਾ ਦੀ। ਜੇ ਸਰੀਰਕ ਤੌਰ ਤੇ ਸੋਹਣੀ ਹੈ ਤਾਂ ਸਮਾਜ ਉਸਦੇ ਗੁਣਾਂ ਨੂੰ ਦੇਖੇ ਬਿਨਾ ਉਸ ਨੂੰ ਅਸਮਾਨੀ ਚੜਾਈ ਰੱਖਦੀ ਹੈ ਤੇ ਉਹ ਵੀ ਗੁਣ ਵਧਾਉਣ ਦੀ ਥਾਂ ਸਿਰਫ ਜਿਸਮਾਨੀ ਖੂਬਸੂਰਤੀ ਨੂੰ ਵਧਾਉਣ ਅਤੇ ਦਿਖਾਉਣ ਤੇ ਜ਼ੋਰ ਦਿੰਦੀ ਹੈ ਕਿ ਜੇ ਮੇਰੇ ਜਿਸਮ ਨੂੰ ਖੂਬਸੂਰਤ ਸਮਝ ਕੇ ਮੇਰੀ ਜਿਹੜੀ ਹੈ ਸਫਲਤਾ ਮੈਨੂੰ ਮਿਲਣੀ ਹੈ ਤਾਂ ਫਿਰ ਦਿਮਾਗੀ ਤੌਰ ਦੇ ਉੱਪਰ ਉਹ ਖੂਬਸੂਰਤ ਬਣਨ ਵਾਲੇ ਪਾਸੇ ਧਿਆਨ ਨਹੀਂ ਦਿੰਦੀ, ਕਿਉਂਕਿ ਇਹ ਇੱਕ ਮਨੋਵਿਗਿਆਨਕ ਤੱਥ ਹੈ ਕਿ ਜੀਵਨ ਦੇ ਜਿਸ ਪੱਖ ਲਈ ਮਨੁੱਖ ਨੂੰ ਪ੍ਰਸ਼ੰਸਾ ਮਿਲਦੀ ਹੈ ਉਸ ਪੱਖ ਵਿੱਚ ਮਨੁੱਖ ਅੱਗੇ ਵੱਧਦਾ ਜਾਂਦਾ ਹੈ। ਅਜੋਕੀ ਸਿੱਖ ਇਸਤਰੀ ਦਾ ਬਿਊਟੀ ਪਾਰਲਰਾਂ ਵੱਲ ਝੁਕਾਅ ਇਸੇ ਸੋਚ ਦਾ ਨਤੀਜਾ ਹੈ। ਇੱਥੇ ਹੀ ਬਸ ਨਹੀਂ, ਸਗੋਂ ਇਸ ਤੋਂ ਵੱਧ ਕੇ ਜਿਸਮਾਨੀ ਖੂਬਸੂਰਤੀ ਲਈ ਬੱਚਾ ਨਾ ਜੰਮਣ ਅਤੇ ਜੰਮ ਕੇ ਆਪਣਾ ਦੁੱਧ ਨਾ ਪਿਆਉਣ ਵਰਗੇ ਫੈਸਲੇ ਵੀ ਇਸੇ ਹੀ ਸੋਚ ਵਿੱਚੋਂ ਉਪਜੇ ਹਨ। ਫਿਰ ਇਸ ਤਰ੍ਹਾਂ ਨਾਲ ਬਹੁਤ ਹੀ ਮਿਹਨਤ ਦੁਆਰਾ ਸੰਭਾਲੀ ਇਸ ਖੂਬਸੂਰਤੀ ਨੂੰ ਦਿਖਾਉਣ ਲਈ ਭਾਂਤ ਦੇ ਫੈਸ਼ਨ ਮੁਕਾਬਲਿਆਂ ਜਾਂ ਡਾਂਸ ਮੁਕਾਬਲਿਆਂ ਦਾ ਆਸਰਾ ਲੈ ਕੇ ਆਪਣੇ ਹੰਕਾਰ ਨੂੰ ਸੰਤੁਸ਼ਟੀ ਕਰਦੀ ਹੈ।
ਇਹ ਰੁਝਾਨ ਉਸਦਾ ਆਪਣਾ ਆਤਮਕ, ਮਾਨਸਿਕ, ਸਰੀਰਕ, ਆਰਥਿਕ ਅਤੇ ਸਮਾਜਿਕ ਸੰਤੁਲਨ ਦਾ ਬਹੁਤ ਬੁਰੀ ਤਰ੍ਹਾਂ ਜਿਹੜਾ ਹੈ ਵਿਗਾੜ ਦਿੰਦਾ ਹੈ। ਸਗੋਂ ਸਮਾਜ ਵਿੱਚ ਵਿਚਾਰਧਾਰਕ ਗੰਦਗੀ ਫੈਲਾਉਣ ਦਾ ਕੰਮ ਵੱਡੇ ਪੱਧਰ ਤੇ ਕਰਦਾ ਹੈ। ਨਤੀਜੇ ਵਜੋਂ ਤੇਜ਼ੀ ਨਾਲ ਵੱਧ ਰਹੇ ਹੋਏ ਅਨਹੋਏ ਅਤੇ ਸ਼ਾਬਦਿਕ ਬਲਾਤਕਾਰ ਹਨ। ਇਸ ਔਰਤ ਦਾ ਦੋਸ਼ ਨਹੀਂ, ਇੱਥੇ ਔਰਤ ਦਾ ਦੋਸ਼ ਨਹੀਂ, ਸਗੋਂ ਉਸ ਸਮਾਜ ਦਾ ਦੋਸ਼ ਹੈ ਜੋ ਔਰਤ ਨੂੰ ਸਿਰਫ ਤੇ ਸਿਰਫ ਸਜਾਵਟੀ ਵਸਤੂ ਦੇ ਤੌਰ ਤੇ ਹੀ ਜਾਣਦਾ ਹੈ। ਸਿੱਖ ਸਮਾਜ ਜੋ ਸੰਸਾਰ ਵਿੱਚ ਵਸਦੀ ਹਰੇਕ ਧੀ ਭੈਣ ਦੀ ਇੱਜ਼ਤ ਦੇ ਰਾਖੇ ਦੇ ਤੌਰ ਤੇ ਪੂਰੀ ਦੁਨੀਆ ਵਿੱਚ ਸਨਮਾਨਿਆ ਜਾਂਦਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਤਕਰੀਬਨ 2200 ਦੇ ਕਰੀਬ ਔਰਤਾਂ ਜੋ ਅਹਿਮਦ ਸ਼ਾਹ ਅਬਦਾਲੀ ਇੱਥੋਂ ਲੁੱਟ ਕੇ ਔਰਤ ਦਾ ਸਾਜੋ ਸਮਾਨ ਧਨ ਦੌਲਤ ਲੁੱਟ ਕੇ ਜਾ ਰਿਹਾ ਸੀ, ਉਸ ਨੂੰ ਦਰਿਆ ਦੇ ਉੱਪਰ ਹੀ ਰੋਕ ਕਰਕੇ ਉਹਨਾਂ ਔਰਤਾਂ ਨੂੰ ਵਾਪਸ ਲਿਆਂਦਾ ਔਰ ਸਿੰਘਾਂ ਦੀ ਡਿਊਟੀ ਲਗਾਈ ਗਈ ਕਿ ਜਿੱਥੇ ਜਿੱਥੇ ਦੀ ਇਹ ਧੀ ਭੈਣ ਹੈ ਉਹਨੂੰ ਉੱਥੇ ਉੱਥੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕਰਕੇ ਪਰਿਵਾਰ ਦੇ ਕੋਲ ਉਸ ਨੂੰ ਜਿਹੜਾ ਹੈ ਉਹ ਉੱਥੇ ਅਪੜਾਇਆ ਜਾਏ। ਇੱਥੇ ਇਹ ਵੀ ਇੱਕ ਗੱਲ ਯਾਦ ਆਉਂਦੀ ਹੈ ਸਾਨੂੰ ਕਿ ਜਦੋਂ ਮਹਾਰਾਸ਼ਟਰ ਅੰਦਰ ਕੋਈ ਇੱਕ ਬੱਚੀ ਨੂੰ ਲੈ ਕੇ ਗਏ ਤਾਂ ਉਹਦਾ ਪਰਿਵਾਰ ਕਹਿਣ ਲੱਗਾ ਕਿ ਇਹ ਤਾਂ ਜਿਹੜੀ ਹੈ ਮੁਗਲਾਂ ਨੇ ਚੁੱਕ ਕੇ ਲੈ ਗਏ ਸਨ, ਇਹ ਅਪਵਿੱਤਰ ਹੋ ਗਈ, ਅਸੀਂ ਇਸ ਨੂੰ ਨਹੀਂ ਕੋਲ ਰੱਖਣਾ। ਤਾਂ ਜਥੇਦਾਰ ਸਾਹਿਬ ਨੇ ਕਿਹਾ ਇਹ ਹੁਣ ਖਾਲਸੇ ਦੀ ਧੀ ਹੈ ਤੇ ਤੁਹਾਡੀ ਹਿੰਮਤ ਹੈ ਤੇ ਤੁਸੀਂ ਹੁਣ ਕਹਿ ਕੇ ਦੱਸੋ ਕਿ ਤੁਸੀਂ ਇਹਨੂੰ ਨਹੀਂ ਰੱਖਣਾ। ਤਾਂ ਉਸ ਜੋਸ਼ ਦੇ ਨਾਲ ਜੱਸਾ ਸਿੰਘ ਆਹਲੂਵਾਲੀਆ ਤੇ ਉਹਨਾਂ ਦੇ ਸਿੰਘਾਂ ਨੇ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਨੂੰ ਉਦਾਲ ਕੇ ਅਹਿਮਦ ਸ਼ਾਹ ਅਬਦਾਲੀ ਗਜ਼ਨੀ ਦੇ ਵਿੱਚ ਟਕੇ ਵੇਚਣ ਵਾਸਤੇ ਲਿਜਾ ਰਿਹਾ ਸੀ, ਜਿਨ੍ਹਾਂ ਦੀ ਇੱਜ਼ਤ ਔਰ ਆਬਰੂ ਤਾਰ ਹੋਣੀ ਸੀ, ਉਹਨਾਂ ਨੂੰ ਬਚਾਇਆ। ਤਾਂ ਇਹ ਸਿੱਖ ਜਿਹੜੇ ਹਨ ਇਹਨਾਂ ਨੇ ਸਮਾਜ ਜੋ ਸੰਸਾਰ ਵਿੱਚ ਵਸਦੀ ਹਰੇਕ ਧੀ ਭੈਣ ਦੀ ਇੱਜ਼ਤ ਦੇ ਰਾਖੇ ਦੇ ਤੌਰ ਦੇ ਉੱਪਰ ਪੂਰੀ ਦੁਨੀਆ ਵਿੱਚ ਸਨਮਾਨਿਆ ਜਾਂਦਾ ਹੈ। ਅੱਜ ਵੀ ਉਸੇ ਤਰ੍ਹਾਂ ਹੀ ਜਦੋਂ ਵੀ ਇੱਥੇ ਭਾਰਤ ਦੇ ਅੰਦਰ ਪਿਛਲੇ ਕੁਝ ਸਾਲਾਂ ਦੇ ਵਿੱਚ ਜਦੋਂ ਕਰੋਨਾ ਆਇਆ ਜਾਂ ਹੋਰ ਗੱਲ ਆਈ, ਕੁਝ ਧੀਆਂ ਭੈਣਾਂ ਨੂੰ ਜਿਹੜੇ ਆਪਣੇ ਸਟੇਟ ਤੋਂ ਬਾਹਰੋਂ ਜਾਣਾ ਪਿਆ, ਤਾਂ ਖਾਲਸੇ ਨੇ ਆਪਣੇ ਉਹਨਾਂ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਕਾਰਾਂ ਦੇ ਵਿੱਚ, ਟੈਕਸੀਆਂ ਦੇ ਵਿੱਚ ਉਹਨਾਂ ਨੂੰ ਹਿਫਾਜ਼ਤ ਦੇ ਨਾਲ ਉਹਨਾਂ ਦੇ ਘਰੋਂ ਘਰੇ ਜਿਹੜਾ ਹੈ ਪਹੁੰਚਾਇਆ ਗਿਆ। ਤਾਂ ਇਹ ਇੱਕ ਬਹੁਤ ਵੱਡਾ ਟ੍ਰਿਬਿਊਟ ਹੈ ਕਿ ਉਹ ਜੋ ਸਿੱਖਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਜ਼ਤ ਦੇ ਧੀ ਭੈਣ ਦੀ ਇੱਜ਼ਤ ਦੇ ਰਾਖੇ ਹਨ, ਭਾਵੇਂ ਆਪਣੀ ਹੋਵੇ ਤੇ ਭਾਵੇਂ ਪਰਾਈ ਹੋਵੇ। ਅੱਜ ਉਸਦੀ ਆਪਣੀ ਹੀ ਧੀ ਭੈਣ ਖਾਸ ਸਾਜ਼ਿਸ਼ੀ ਗੰਦੀ ਸੋਚ ਦੇ ਅਸਰ ਅਧੀਨ ਖੁਦ ਬਖੁਦ ਹਨੇਰੇ ਖੂਹ ਵਿੱਚ ਡਿੱਗ ਰਹੀ, ਤਾਂ ਰੁਕ ਕੇ ਵਿਚਾਰਨਾ ਤਾਂ ਬੰਦਾ ਹੀ ਹੈ ਕਿ ਕੀ ਕਰਨ ਦੀ ਲੋੜ ਹੈ। ਦੂਜੇ ਪਾਸੇ ਔਰਤ ਕੋਲ ਜਿਸਮਾਨੀ ਖੂਬਸੂਰਤੀ ਨਹੀਂ ਤਾਂ ਉਸਦੇ ਅੰਦਰੂਨੀ ਉੱਚੇ ਸੁੱਚੇ ਗੁਣਾਂ ਦੀ ਕਦਰ ਵੀ ਸਮਾਜ ਵਿੱਚ ਜਲਦੀ ਕਿਤੇ ਪ੍ਰਵਾਨ ਨਹੀਂ। ਉੱਪਰ ਅਸੀਂ ਗੱਲ ਕੀਤੀ ਹੈ ਕਿ ਔਰਤ ਜਿਹੜੀ ਹੈ ਉਹ ਅਗਰ ਖੂਬਸੂਰਤ ਹੈ ਤੇ ਉਹ ਆਪਣੇ ਅੰਦਰ ਦੂਜੇ ਗੁਣ ਪੈਦਾ ਕਰਨ ਦਾ ਨਹੀਂ ਸੋਚਦੀ। ਉਹ ਕਹਿੰਦੇ ਇਹਨੂੰ ਕਿਸੇ ਤਰੀਕੇ ਨਾਲ ਮੈਂ ਇਨਕੈਸ਼ ਕਰਾਂ ਕਿ ਮੈਂ ਖੂਬਸੂਰਤ ਹਾਂ ਤੇ ਮੇਰਾ ਜਿਹੜਾ ਹੈ ਮੇਰੀ ਖੂਬਸੂਰਤੀ ਨਾਲ ਹੀ ਮੇਰੀ ਜਿਹੜੀ ਕਦਰ ਪਵੇ। ਲੇਕਿਨ ਇੱਥੇ ਇੱਕ ਔਰਤ ਖੂਬਸੂਰਤ ਨਹੀਂ ਹੈ ਪਰ ਉਸਦੇ ਅੰਦਰ ਬਹੁਤ ਉੱਚੇ ਗੁਣ ਹਨ, ਹਾਈਲੀ ਐਜੂਕੇਟਡ ਹੈ ਤੇ ਜੋ ਦਿਖਤਾ ਹੈ ਉਹ ਵਿਕਤਾ ਹੈ ਵਾਲੇ ਇਸ ਸੰਸਾਰ ਵਿੱਚ ਸਹਿਜ ਅੰਦਰੂਨੀ ਗੁਣ ਵੀ ਬਾਹਰੀ ਚਮਕ ਦਮਕ ਵਿੱਚ ਪਰੋਸ ਕੇ ਹੀ ਪੇਸ਼ ਕੀਤੇ ਜਾਂਦੇ ਹਨ। ਜੋ ਵੀ ਔਰਤ ਬਹਾਦਰੀ ਦਿਖਾਉਂਦੀ ਹੋਈ ਇਸ ਦਿਖਾਵੇ ਤੋਂ ਇਨਕਾਰ ਕਰਦੀ ਹੈ ਅਤੇ ਸਹਿਜ ਸਧਾਰਨ ਜੀਵਨ ਜਿਉਣ ਦੀ ਦਲੇਰੀ ਕਰਦੀ ਹੈ ਤਾਂ ਸਮਾਜਿਕ ਇਕੱਠ ਵਿੱਚ ਨਿਤ ਨਜ਼ਰ ਅੰਦਾਜ਼ ਹੁੰਦੀ ਉਹ ਸਬਰ ਦੇ ਘੁੱਟ ਪੀਣ ਨੂੰ ਮਜਬੂਰ ਕੀਤੀ ਜਾਂਦੀ। ਸਕੂਲਾਂ ਕਾਲਜਾਂ ਵਿੱਚ ਬਹੁਤ ਘਟੀਆ ਅੰਦਾਜ਼ ਵਿੱਚ ਭੈਣ ਜੀ ਵਰਗੇ ਨਿੱਘੇ ਤੇ ਮਿੱਠੇ ਸ਼ਬਦ ਨੂੰ ਵਿਗਾੜ ਕੇ ਉਸ ਦਾ ਐਸਾ ਮਜ਼ਾਕ ਬਣਾਇਆ ਜਾਂਦਾ ਹੈ ਕਿ ਹੋਰ ਕੋਈ ਕੁੜੀ ਜਾਂ ਔਰਤ ਉਸ ਦਾ ਐਸਾ ਸਮਾਜਿਕ ਅਪਮਾਨ ਦੇਖ ਕੇ ਦਿਖਾਵੇ ਰਹਿਤ ਜ਼ਿੰਦਗੀ ਜਿਉਣ ਦੀ ਹਿੰਮਤ ਹੀ ਨਾ ਕਰੇ। ਭਾਵ ਜਿਹੜੀ ਔਰਤ ਜਾਂ ਭੈਣ ਲੜਕੀ ਉਹ ਜ਼ਿਆਦਾ ਆਪਣੇ ਆਪ ਨੂੰ ਫੈਸ਼ਨੇਬਲ ਨਹੀਂ ਬਣਾ ਕੇ ਰੱਖਦੀ ਤਾਂ ਉਹਨੂੰ ਸਕੂਲਾਂ ਕਾਲਜਾਂ ਵਿੱਚ ਭੈਣ ਜੀ ਕਹਿ ਕਰਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਸ ਇੱਕ ਉਦਾਹਰਣ ਪੇਸ਼ ਕੀਤਾ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਇੱਕ 15 ਕੁ ਸਾਲ ਦੀ 9ਵੀਂ ਕਲਾਸ ਵਿੱਚ ਪੜ੍ਹਦੀ ਇੱਕ ਚੰਗੇ ਗੁਰਮਤ ਦੇ ਧਾਰਨੀ ਪਰਿਵਾਰ ਦੀ ਬੱਚੀ ਨੂੰ ਮਾਪੇ ਕੋਲ ਲੈ ਕੇ ਆਏ ਤੇ ਕਹਿਣ ਲੱਗੇ ਅਸੀਂ ਇਸ ਨੂੰ ਸਮਝਾ ਕੇ ਥੱਕ ਚੁੱਕੇ ਹਾਂ ਕਿ ਕੇਸਾਂ ਦੀ ਬੇਅਦਬੀ ਨਾ ਕਰ, ਨਾ ਸਿਰ ਦੇ ਕੇਸ ਕੱਟੇ ਅਤੇ ਨਾ ਹੀ ਭਰਵੱਟੇ ਬਣਾਏ, ਪਰ ਸਾਡੀ ਬੇਟੀ ਨੇ
ਸਾਡੀ ਗੱਲ ਨਹੀਂ ਮੰਨੀ ਤੇ ਸਾਨੂੰ ਧਮਕੀ ਦਿੱਤੀ ਹੈ ਕਿ ਜੇ ਮੈਨੂੰ ਕੁਝ ਵੀ ਕਿਹਾ ਤਾਂ ਮੈਂ ਪੜ੍ਹਾਈ ਛੱਡ ਕੇ ਘਰ ਹੀ ਬੈਠ ਜਾਵਾਂਗੀ। ਹੁਣ ਅਸੀਂ ਕੀ ਕਰੀਏ, ਸਮਝ ਨਹੀਂ ਆ ਰਿਹਾ। ਮਾਤਾ ਪਿਤਾ ਨੂੰ ਤਸੱਲੀ ਦੇ ਕੇ ਜਦੋਂ ਇਸ ਬੀਬੀ ਨੇ ਬੱਚੀ ਨਾਲ ਇਕੱਲਿਆਂ ਗੱਲਬਾਤ ਕੀਤੀ ਤਾਂ ਮਾਮਲਾ ਕਿਤੇ ਵੱਧ ਹਿਲਾ ਦੇਣ ਵਾਲਾ ਨਿਕਲਿਆ। ਗੁਰਮਤਿ ਦੀ ਧਾਰਨੀ ਹਰ ਸਮੇਂ ਸਿਰ ਕੱਜ ਕੇ ਰੱਖਣ ਵਾਲੀ ਇਸ ਬੱਚੀ ਨੇ ਦੱਸਿਆ ਕਿ ਸਕੂਲ ਵਿੱਚ ਸਭ ਉਸ ਨੂੰ ਭੈਣ ਜੀ ਕਹਿ ਕੇ ਉਸਦਾ ਰੱਜ ਕੇ ਮਜ਼ਾਕ ਉਡਾਉਂਦੇ ਹਨ, ਕਿਉਂਕਿ ਮੇਰਾ ਕੋਈ ਮੁੰਡਾ ਦੋਸਤ ਨਹੀਂ ਹੈ। ਹੁਣ ਬੜੀ ਮੁਸ਼ਕਲ ਨਾਲ ਇੱਕ ਜਮਾਤੀ ਮੁੰਡੇ ਨੇ ਮੇਰੇ ਨਾਲ ਦੋਸਤੀ ਕੀਤੀ ਹੈ ਤੇ ਉਸਦਾ ਕਹਿਣਾ ਹੈ ਕਿ ਮੈਂ ਸਿਰ ਤੇ ਦੁਪੱਟਾ ਲੈ ਕੇ ਮੈਂ ਸੋਹਣੀ ਨਹੀਂ ਲੱਗਦੀ। ਥੋੜਾ ਜਿਹਾ ਕੇਸ ਕੱਟ ਕੇ ਪਰਵੱਟੇ ਬਣਾ ਕੇ ਦੁਪੱਟਾ ਲਾ ਕੇ ਜੇ ਇੱਕ ਮੁੰਡਾ ਮੇਰਾ ਦੋਸਤ ਬੰਦਾ ਹੈ ਤੇ ਸਕੂਲ ਵਿੱਚ ਮੇਰਾ ਮਜ਼ਾਕ ਨਹੀਂ ਬੰਦਾ, ਕੋਈ ਮੇਰੀ ਬੇਇੱਜ਼ਤੀ ਨਹੀਂ ਕਰਦਾ, ਤਾਂ ਮੈਂ ਕਿਉਂ ਨਾ ਇਸ ਤਰ੍ਹਾਂ ਕਰਾਂ। ਇਹ ਸਵਾਲ ਸੀ ਉਸ ਬੱਚੀ ਦਾ। ਉਸ 15 ਸਾਲ ਦੀ ਬੱਚੀ ਨੇ ਸੋਚੀ ਪਾ ਦਿੱਤਾ ਕਿ ਆਪਣੇ ਸਮਾਜਿਕ ਬਾਈਕਾਟ ਤੋਂ ਡਰਦਿਆਂ ਵੀ ਸਾਡੀਆਂ ਬੱਚੀਆਂ ਅਤੇ ਵੱਡੀਆਂ ਵੀ ਦੇਖਾ ਵੇਖੀ ਦੀ ਭੇਡ ਚਾਲ ਵਿੱਚ ਉਲਝ ਰਹੀਆਂ ਹਨ ਅਤੇ ਆਪਣੇ ਆਪ ਨੂੰ ਮਾਡਰਨ ਸਮਝਣ ਦਾ ਭੁਲੇਖਾ ਪਾਲੀ ਬੈਠੀਆਂ ਹਨ। ਉਸ ਬੱਚੀ ਨੂੰ ਭੈਣ ਜੀ ਸ਼ਬਦ ਦੇ ਨਿੱਘ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਕਿਸੇ ਦੀ ਹੀਰ ਜਾਂ ਲੈਲਾ ਅਖਵਾਨ ਨਾਲੋਂ ਭੈਣ ਜੀ ਅਖਵਾਨਾ ਹਰ ਤਰੀਕੇ ਵਧੀਆ। ਇਸ ਵਿੱਚ ਆਪਣੇ ਆਪ ਨੂੰ ਘਟੀਆ ਸਮਝਣ ਨਾਲੋਂ ਆਪ ਤੇ ਮਾਣ ਕਰਨਾ ਬਣਦਾ ਹੈ। ਇੱਥੇ ਵੱਡਿਆਂ ਦੇ ਸਮਝਣ ਦੀ ਵੀ ਲੋੜ ਹੈ ਕਿ ਜਵਾਨ ਹੋ ਰਹੀਆਂ ਬੱਚੀਆਂ ਨੂੰ ਅਸਲ ਖੂਬਸੂਰਤੀ ਦਾ ਮਤਲਬ ਸਮਝਾ ਕੇ ਉਹਨਾਂ ਵਿੱਚ ਪੈਦਾ ਹੋ ਰਹੀ ਹੀਨ ਭਾਵਨਾ ਨੂੰ ਉੱਥੇ ਹੀ ਰੋਕ ਕੇ ਆਪਣੇ ਆਪ ਤੇ ਮਾਣ ਕਰਨਾ ਸਿਖਾਇਆ ਜਾਏ ਅਤੇ ਭੱਦੀ ਸ਼ਬਦਾਵਲੀ ਦਾ ਜਵਾਬ ਸਵੈ ਵਿਸ਼ਵਾਸ ਨਾਲ ਦੇਣਾ ਸਿਖਾਇਆ ਜਾਏ ਕਿ ਜੋ ਕੋਈ ਤੁਹਾਡੇ ਨਾਲ ਭੱਦੀ ਸ਼ਬਦਾਵਲੀ ਜਿਹੜਾ ਹੈ ਵਰਤਦਾ ਹੈ ਤੇ ਤੁਸੀਂ ਕੌਨਫੀਡੈਂਸ ਦੇ ਨਾਲ ਉਹਨਾਂ ਦਾ ਜਵਾਬ ਦਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਬੱਚੀ ਹਾਂ, ਮੈਨੂੰ ਮੇਰੇ ਉੱਤੇ ਤੁਹਾਡੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ ਤੇ ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਕਮਿਟ ਕੀਤਾ ਹੋਇਆ ਹੈ। ਪਾਲਣਾ ਪੋਸ਼ਣਾ ਅਤੇ ਸਮਾਜਿਕ ਦਬਾਵਾਂ ਤੋਂ ਬਾਅਦ ਵਾਰੀ ਹੁੰਦੀ ਹੈ ਵਿਆਹ ਤੋਂ ਬਾਅਦ ਪੈਣ ਵਾਲੇ ਘਰੇਲੂ ਦਬਾਵਾਂ ਦੀ, ਜਿੱਥੇ ਮੰਨੂ ਜੀ ਵੱਲੋਂ ਬਣਾਏ ਨਿਯਮਾਂ ਨੂੰ ਸਿੱਖਾਂ ਨੇ ਸਗੋਂ ਜ਼ਿਆਦਾ ਘੁੱਟ ਕੇ ਫੜਿਆ ਹੋਇਆ ਹੈ। ਆਪਣੇ ਆਪ ਨੂੰ ਗੁਰਮਤਿ ਦਾ ਧਾਰੀ ਅਖਵਾਉਂਦੇ ਪਰਿਵਾਰਾਂ ਵਿੱਚ ਅੱਜ ਵੀ ਸਿੱਖ ਔਰਤ ਦੂਜੇ ਦਰਜੇ ਦਾ ਇਨਸਾਨ ਹੈ। ਪਰਿਵਾਰ ਦੇ ਮਹੱਤਵਪੂਰਨ ਫੈਸਲਿਆਂ ਵਿੱਚ ਔਰਤ ਦੀ ਸ਼ਮੂਲੀਅਤ ਪਾਰਟਿਸਿਪੇਸ਼ਨ ਨਾ ਦੇ ਬਰਾਬਰ ਹੈ। ਮੰਨੂ ਜੀ ਵੱਲੋਂ ਸਦੀਆਂ ਪਹਿਲਾਂ ਔਰਤ ਬਾਰੇ ਬਣਾਈਆਂ ਅਤੇ ਫੈਲਾਈਆਂ ਗਈਆਂ ਧਾਰਨਾਵਾਂ ਨੂੰ ਅੱਜ ਵੀ ਗੁਰਸਿੱਖ ਪਰਿਵਾਰਾਂ ਅਤੇ ਸਿੱਖ ਧਾਰਮਿਕ ਸੰਸਥਾਵਾਂ ਦੇ ਅੰਦਰ ਪੂਰੀ ਤਰ੍ਹਾਂ ਮੰਨਿਆ ਅਤੇ ਲਾਗੂ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਕੁਝ ਕੁ ਹੇਠ ਲਿਖੀਆਂ ਹਨ। ਪਹਿਲਾ, ਔਰਤ ਨੂੰ ਅਕਲ ਦਾ ਘਾਟਾ ਹੁੰਦਾ ਹੈ, ਇਸ ਲਈ ਹਰ ਕੰਮ ਲਈ ਇਹਨਾਂ ਨੂੰ ਮਰਦ ਦੀ ਸਲਾਹ ਦੀ ਲੋੜ ਹੁੰਦੀ ਹੈ। ਦੂਜਾ, ਔਰਤਾਂ ਬਹੁਤ ਅਤੇ ਬੇਵਜ੍ਹਾ ਬੋਲਦੀਆਂ ਹਨ, ਇਸ ਲਈ ਇਹਨਾਂ ਦੀ ਗੱਲ ਤੇ ਧਿਆਨ ਦੇ ਕੇ ਆਪਣਾ ਸਮਾਂ ਨਾ ਖਰਾਬ ਕਰੋ। ਤੀਸਰਾ, ਔਰਤ ਦੀ ਦੁਸ਼ਮਣ ਹੁੰਦੀ ਹੈ। ਚੌਥਾ, ਔਰਤਾਂ ਵਿੱਚ ਈਰਖਾ ਬਹੁਤ ਹੁੰਦੀ ਹੈ। ਪੰਜਵਾਂ, ਔਰਤ ਚਲਿੱਤਰਬਾਜ਼ ਅਤੇ ਮੋਮੋ ਠਗਣੀਆਂ ਹੁੰਦੀਆਂ ਹਨ, ਇਹਨਾਂ ਤੇ ਇਤਬਾਰ ਨਾ ਕਰੋ। ਘਰ ਵਿੱਚ ਮੁੰਡੇ ਦਾ ਜਨਮ ਸ਼ੁਭ ਅਤੇ ਕੁੜੀ ਦਾ ਜਨਮ ਅਸ਼ੁਭ ਹੁੰਦਾ ਹੈ। ਵਿਆਹ ਵੇਲੇ ਜੋ ਫੈਸਲੇ ਬਾਪ ਜਾਂ ਭਰਾ ਕਰਦੇ ਨੇ ਉਸ ਨੂੰ ਹੀ ਲੜਕੀ ਨੂੰ ਮੰਨਣਾ ਹੁੰਦਾ ਹੈ। ਬਹੁਤ ਸਾਰਾ ਦਾਜ ਦੇ ਕੇ ਵੀ ਸਦਾ ਸਿਰ ਨੀਵਾ ਕਰਕੇ ਰਹਿਣਾ ਹੁੰਦਾ ਹੈ। ਔਰਤ ਧੀਆਂ ਵਾਲਿਆਂ ਦੇ ਸਿਰ ਸਦਾ ਨੀਵੇਂ ਹੁੰਦੇ ਹਨ। ਔਰ ਅਗਲਾ, ਵਿਆਹ ਤੋਂ ਬਾਅਦ ਔਰਤ ਦੇ ਤਨ, ਮਨ ਅਤੇ ਧਨ ਭਾਵ ਕਿ ਹਰ ਸਾਹ ਉੱਤੇ ਵੀ ਕਬਜ਼ਾ ਸਿਰਫ ਪਤੀ ਅਤੇ ਸਹੁਰੇ ਪਰਿਵਾਰ ਦਾ ਹੁੰਦਾ ਹੈ। ਹੁਣ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਲਿਆ ਹੋਣਾ ਕਿ ਕਿਸ ਮਾਨਸਿਕਤਾ ਦੇ ਵਿੱਚ ਉਹ ਔਰਤ ਪਲਦੀ ਹੈ, ਲੜਕੀ ਪਲਦੀ ਹੈ, ਔਰ ਫਿਰ ਕਿਸ ਤਰੀਕੇ ਨਾਲ ਉਹ ਸਹੁਰੇ ਘਰ ਜਾਂਦੀ ਹੈ ਤੇ ਉੱਥੇ ਜਿਹੜੇ ਸਹੁਰੇ ਘਰ ਬੈਠੇ ਹਨ ਉਹਨਾਂ ਦੇ ਵੀ ਇਹੀ ਪਰਸੈਪਸ਼ਨ ਹੈ ਲੜਕੀ ਦੇ ਬਾਰੇ, ਤਾਂ ਉਹ ਰੱਜ ਕੇ ਉਸ ਨੂੰ ਜਿਹੜਾ ਹੈ ਜਲੀਲ ਕਰਦੇ ਹਨ। There may be some exception, but I'm not talking about all. Exceptions are never the rule. ਉਸ ਨੂੰ ਆਪਣੇ ਬਾਰੇ ਜਾਂ ਆਪਣੇ ਮਾਤਾ ਪਿਤਾ ਬਾਰੇ ਕੁਝ ਵੀ ਸੋਚਣ ਜਾਂ ਕਰਨ ਦਾ ਅਧਿਕਾਰ ਨਹੀਂ ਹੈ। ਜੋ ਆਪਣੇ ਮਾਤਾ ਪਿਤਾ ਅਗਰ ਬਿਮਾਰ ਵੀ ਹੋਣ ਤਾਂ ਉਹਨਾਂ ਕੋਲ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੀ। ਬਾਹਰੋਂ ਹਮਲਾਵਰ ਰੂਪ ਵਿੱਚ ਆਏ ਆਰੀਆ ਲੋਕ ਆਪਣੀਆਂ ਔਰਤਾਂ ਨਾਲ ਨਹੀਂ ਸਨ ਲੈ ਕੇ ਆਏ। ਸੰਤਾਨ ਉਤਪਤੀ ਲਈ ਇੱਥੋਂ ਦੀਆਂ ਮੂਲ ਨਿਵਾਸੀ ਔਰਤਾਂ ਨੂੰ ਹਰੇਕ ਤਰੀਕੇ ਨਾਲ ਵਰਤਿਆ ਗਿਆ। ਉਹਨਾਂ ਨੂੰ ਇਸ ਲਈ ਹੀ ਸ਼ੂਦਰਾਂ ਵਾਂਗ ਹੀ ਹਰੇਕ ਹੱਕ ਤੋਂ ਵੰਚਿਤ ਰੱਖਿਆ ਗਿਆ।
ਕਿਤੇ ਉਹ ਆਪਣੀ ਤਾਕਤ ਨੂੰ ਨਾ ਪਹਿਚਾਨ ਲੈਣ। ਇਸ ਲਈ ਉਪਰੋਕਤ ਸਭ ਨਾ ਪੱਖੀ ਧਾਰਨਾਵਾਂ ਫੈਲਾਈਆਂ ਗਈਆਂ। ਬੇਸ਼ੱਕ ਅੱਜ ਬਦਲ ਚੁੱਕੇ ਹਾਲਾਤ ਵਿੱਚ ਕਿਤੇ ਕਿਤੇ ਭਾਵੇਂ ਔਰਤ ਨੇ ਆਪਣੀ ਸਮਝਦਾਰੀ ਅਤੇ ਬਲ ਬੁੱਤੇ ਬਹੁਤ ਕੁਝ ਵਧੀਆ ਕੀਤਾ ਹੈ। ਸਪੋਰਟਸ ਦੇ ਵਿੱਚ ਔਰ ਹੋਰ ਸਾਇੰਟੀਫਿਕ ਐਡਵਾਂਸਮੈਂਟ ਵਿੱਚ, ਇਵਨ ਸਪੇਸ ਸਾਇੰਸ ਦੇ ਵਿੱਚ ਵੀ ਔਰਤਾਂ ਜਿਹੜੀਆਂ ਹਨ ਉਹ ਮਾਰ ਰਹੀਆਂ ਹਨ। ਐਡਮਿਨਿਸਟ੍ਰੇਸ਼ਨ ਦੇ ਅੰਦਰ ਵੀ IAS IPS ਔਰ ICS ਵਗੈਰਾ ਇਮਤਿਹਾਨ ਜਿਹੜੇ ਹਨ ਉਹਨਾਂ ਵਿੱਚ ਵੀ ਵੱਧ ਚੜ ਕੇ ਜਿਹੜੇ ਹਨ ਹਿੱਸਾ ਲੈ ਰਹੀਆਂ ਹਨ। ਔਰ ਇਵਨ ਕੋਰਟ ਦੇ ਅੰਦਰ ਵੀ ਜੱਜਿਸ ਜਿਹੜੀਆਂ ਹਨ ਉਹ ਅਪਾਇੰਟ ਹੋ ਰਹੀਆਂ ਹਨ। ਪੁਲਿਸ ਫੋਰਸ ਦੇ ਅੰਦਰ ਵੀ ਉਹ ਸ਼ਾਮਲ ਹੋ ਰਹੀਆਂ ਹਨ। ਡਿਫੈਂਸ ਫੋਰਸਿਸ ਦੇ ਅੰਦਰ ਵੀ ਸ਼ਾਮਲ ਹੋ ਰਹੀਆਂ ਹਨ। ਸਾਨੂੰ ਲੱਗਦਾ ਹੈ ਕਿ ਉੱਪਰਲੇ ਪੜ੍ਹੇ ਲਿਖੇ ਤਬਕੇ ਵਿੱਚ ਸ਼ਾਇਦ ਔਰਤ ਦੀ ਇੱਜ਼ਤ ਹੈ, ਪਰ ਅਸਲੀਅਤ ਉੱਥੇ ਵੀ ਕੋਈ ਬਹੁਤ ਵਧੀਆ ਨਹੀਂ ਹੈ। ਉੱਪਰਲੇ ਤਬਕੇ ਵੀ ਸਿੱਖ ਔਰਤ ਆਧੁਨਿਕ ਹੋਣ ਦਾ ਭੁਲੇਖਾ ਪਾਲੀ ਬੈਠੀ ਹੈ। ਉਸ ਨੂੰ ਲੱਗਦਾ ਹੈ ਕਿ ਵਧੀਆ ਪੜ੍ਹਾਈ ਤੇ ਵਧੀਆ ਕਮਾਈ ਨਾਲ ਉਹ ਮਰਦ ਦੀ ਬਰਾਬਰੀ ਕਰ ਰਹੀ ਹੈ। ਅਸਲ ਵਿੱਚ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਹੀ ਹੈ। ਸਮਝ ਨਹੀਂ ਆਉਂਦੀ ਕਿ ਬਰਾਬਰੀ ਕਿਉਂ ਕਰਨੀ ਹੈ। ਆਪੋ ਆਪਣੀ ਬਣਤਰ, ਹੱਕਾਂ ਅਤੇ ਫਰਜ਼ਾਂ ਵਿੱਚ ਦੋਵੇਂ ਵਧੀਆ ਹਨ। ਦੇ ਆਰ ਕੰਪਲੀਮੈਂਟਰੀ ਆਫ ਈਚ ਅਦਰ, ਸੰਪੂਰਨ ਹਨ। ਕਿਸੇ ਨੂੰ ਵੀ ਕਿਸੇ ਹੋਰ ਦੇ ਬਰਾਬਰ ਹੋਣ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਉਹ ਖੁਦ ਨੂੰ ਦੂਜੇ ਨਾਲੋਂ ਘੱਟ ਸਮਝੇ। ਇਸ ਕਰਕੇ ਮਰਦ ਤੇ ਔਰਤ ਦੋਹਾਂ ਧਿਰਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕੁਦਰਤੀ ਤੌਰ ਤੇ ਕਿਸੇ ਨੂੰ ਵੀ ਕਿਸੇ ਦੇ ਬਰਾਬਰ ਹੋਣ ਦੀ ਲੋੜ ਨਹੀਂ ਹੈ। ਨਾ ਮਰਦ ਔਰਤ ਬਣ ਸਕਦਾ ਹੈ ਤੇ ਨਾ ਔਰਤ ਜਿਹੜੀ ਹੈ ਮਰਦ ਦਾ ਜਿਹੜਾ ਹੈ ਉਹ ਜਿਹੜੀ ਹੈ ਸਰੀਰ ਧਾਰਨ ਕਰ ਸਕਦੀ ਹੈ। ਤੇ ਨਾਲ ਹੀ ਕਿਸੇ ਨੂੰ ਕਿਸੇ ਦੂਜੇ ਨੂੰ ਨੀਵਾਂ ਦਿਖਾਉਣ ਦੀ ਵੀ ਲੋੜ ਨਹੀਂ। ਸਿੱਖ ਔਰਤ ਨੂੰ ਆਪਣੇ ਮਨ ਵਿੱਚ ਇਹ ਗੱਲ ਬਿਠਾ ਲੈਣੀ ਜ਼ਰੂਰੀ ਹੈ ਕਿ ਬਰਾਬਰੀ ਦੀ ਦੌੜ ਵਿੱਚ ਉਸ ਦਾ ਸਰੀਰਕ, ਮਾਨਸਿਕ, ਸਮਾਜਿਕ, ਆਤਮਿਕ ਅਤੇ ਆਰਥਿਕ ਸ਼ੋਸ਼ਣ ਹੀ ਹੋ ਰਿਹਾ ਹੈ। ਕਿਉਂਕਿ ਇਸ ਦੌੜ ਨੂੰ ਘਰੇਲੂ ਪ੍ਰਬੰਧ ਨੂੰ ਤਬਾਹ ਕਰ ਦਿੱਤਾ ਹੈ ਕਿ ਜਦੋਂ ਹਸਬੈਂਡ ਔਰ ਵਾਈਫ ਇੱਕ ਦੂਜੇ ਦੀ ਜਿਹੜੀ ਹੈ ਦੌੜ ਲੱਗੇ ਹੋਣਗੇ ਕਿ ਮੈਂ ਪ੍ਰੂਵ ਕਰਨਾ ਕਿ ਮੈਂ ਉਸ ਤੋਂ ਬੈਟਰ ਹਾਂ, ਤੇ ਪਰਿਵਾਰ ਜਿਹੜਾ ਹੈ ਉਹ ਸੈਕਰੀਫਾਈਸ ਹੋ ਜਾਂਦਾ। ਪਰਿਵਾਰ ਦੇ ਵਿੱਚ ਜਿਹੜੇ ਹਨ ਕਲਹ ਕਲੇਸ਼ ਵਧੇ, ਤੇ ਵਧੇ ਕਲੇਸ਼ਾਂ ਨੇ ਤਲਾਕਾਂ ਦਾ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਸਿੱਖ ਮਤ ਵਿੱਚ ਜਿੱਥੇ ਵਿਆਹ ਆਨੰਦ ਕਾਰਜ ਹੈ, ਖੁਸ਼ੀ ਦਾ ਕੰਮ ਹੈ, ਉੱਥੇ ਹੀ ਖੁਸ਼ੀ ਸਿਰਫ ਮਹਿੰਗੇ ਕੱਪੜਿਆਂ, ਗਹਿਣਿਆਂ, ਮਹਿੰਗੇ ਪੈਲਸਾਂ, ਰੋਟੀਆਂ ਤੇ ਹਨੀਮੂਨਾਂ ਤੱਕ ਸੀਮਤ ਹੋ ਗਈ ਹੈ। ਇੱਕ ਦੂਜੇ ਦੇ ਸਤਿਕਾਰ ਵਿੱਚ ਪੈਦਾ ਹੋਇਆ ਆਨੰਦ ਕਾਰਜ ਦਾ ਆਨੰਦ ਵਿੱਚ ਮੈਰਿਜ ਵਿੱਚ ਦਿਖਾਈ ਨਹੀਂ ਦਿੰਦਾ। ਸੋ ਸਿੱਖ ਔਰਤ ਲਈ ਅੱਜ ਇਹ ਗੰਭੀਰ ਸੋਚਣ ਦਾ ਵਿਸ਼ਾ ਹੈ ਕਿ ਉਸਨੇ ਸਿਰਫ ਲੜਾਈ ਕਰਨੀ ਹੈ, ਦਬ ਕੇ ਰਹਿਣਾ ਹੈ, ਜਾਂ ਫਿਰ ਸੰਤ ਸਿਪਾਹੀਆਂ ਦੀ ਕੌਮ ਪੈਦਾ ਕਰਨੀ ਹੈ। ਮੈਂ ਇੱਥੇ ਬੇਨਤੀ ਕਰਾਂ ਕਿ ਔਰਤ ਨੇ ਅਗਰ ਉਹ ਆਪ ਗੁਰਮਤਿ ਨਾਲ ਜੁੜ ਜਾਏਗੀ, ਉਹ ਫਿਰ ਯੋਧੇ ਜਿਹੜੇ ਹਨ ਬੰਦਾ ਬਹਾਦਰ ਵਰਗੇ, ਜੱਸਾ ਸਿੰਘ ਆਹਲੂਵਾਲੇ, ਜੱਸਾ ਸਿੰਘ ਰਾਮਗੜੀਏ ਵਾਲੇ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਜਿਹੜੇ ਹਨ ਉਹ ਪੈਦਾ ਕਰ ਸਕਦੇ ਹਨ। ਜੇ ਔਰਤਾਂ ਹੀ ਢਿੱਲੀਆਂ ਹੋ ਜਾਣਗੀਆਂ ਤੇ ਗੁਰਮਤਿ ਤੋਂ ਸਖਣੀਆਂ ਹੋ ਜਾਣਗੀਆਂ, ਤੇ ਫਿਰ ਜੋ ਅਗਾ ਭਵਿੱਖ ਹੈ ਨੈਕਸਟ ਜਨ ਜਿਹੜੀ ਸਿੱਖਾਂ ਦੀ ਹੈ, ਉਹਨਾਂ ਅੰਦਰ ਫਿਰ ਗੁਣ ਜਿਹੜੇ ਗੁਰਬਾਣੀ ਵਿੱਚ ਹਨ ਉਹ ਸਾਨੂੰ ਕਿੱਥੇ ਮਿਲਣਗੇ। ਔਰਤਾਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਆਪ ਗੁਰਮੁਖ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਇਹ ਵਿਚਾਰ ਮਾਵਾਂ ਭੈਣਾਂ ਜਿਹੜੀਆਂ ਹਨ ਉਹ ਅਗਰ ਆਪਣੇ ਅੰਦਰ ਗ੍ਰਹਿਣ ਕਰ ਲੈਣਗੇ ਤੇ ਸਿੱਖੀ ਦਾ ਭਵਿੱਖ ਜਿਹੜਾ ਹੈ ਉਹ ਬਹੁਤ ਉਜਲ ਹੋਏਗਾ। ਇੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿਚਾਰ ਹਿੱਤ ਬਹੁਤ ਕੁਝ ਹੈ। ਕਹਿਣ ਨੂੰ ਗੁਰੂ ਘਰ ਵਿੱਚ ਔਰਤ ਤੇ ਕੋਈ ਪਾਬੰਦੀ ਨਹੀਂ, ਪਰ ਅੱਜ ਵੀ ਗੁਰੂ ਘਰਾਂ ਤੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵਿੱਚ ਔਰਤ ਪ੍ਰਬੰਧ ਅਤੇ ਪ੍ਰਚਾਰ ਦੇ ਮਾਮਲਿਆਂ ਵਿੱਚ ਕਿਤੇ ਕਿਤੇ ਦੱਬੀ ਸਲਾਹ ਤਾਂ ਭਾਵੇਂ ਦੇ ਲਵੇ, ਪਰ ਸਲਾਹ ਮੰਨੀ ਜਾਵੇਗੀ ਜਾਂ ਨਹੀਂ ਕੋਈ ਪਤਾ ਨਹੀਂ। ਤੇ ਕੌਮੀ ਹਿੱਤਾਂ ਨਾਲ ਸੰਬੰਧ ਰੱਖਦੇ ਮਾਮਲਿਆਂ ਵਿੱਚ ਫੈਸਲੇ ਲੈਣ ਵਿੱਚ ਤਾਂ ਸਿੱਖ ਔਰਤ ਨੂੰ ਸ਼ਾਮਲ ਕਰਨਾ ਅਜੇ ਵੀ ਬਹੁਤ ਦੂਰ ਦਾ ਮਾਮਲਾ ਹੈ। ਸਾਡੇ ਸਾਹਮਣੇ ਬਹੁਤ ਸਾਰੇ ਐਸੇ ਮਸਲੇ ਹਨ ਜਿੱਥੇ ਸਾਨੂੰ ਜਲਦੀ ਤੋਂ ਜਲਦੀ ਸਿੱਖ ਔਰਤ ਦੀ ਭਰਪੂਰ ਪਾਰਟਿਸਿਪੇਸ਼ਨ ਤੇ ਨਿਰੀ ਵਿਚਾਰ ਹੀ ਨਹੀਂ, ਸਗੋਂ ਭਰਵੇਂ ਅਮਲ ਦੀ ਲੋੜ ਹੈ। ਜਿਵੇਂ ਸਿੱਖੀ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ ਵਿੱਚ ਸਿੱਖ ਔਰਤਾਂ ਦੀ ਰਾਗੀ, ਗ੍ਰੰਥੀ, ਪਾਠੀ ਸਿੰਘ ਸਾਹਿਬਾਨ ਵਰਗੀਆਂ ਜ਼ਿੰਮੇਵਾਰੀਆਂ ਅਤੇ ਪ੍ਰਬੰਧ ਵਿੱਚ ਵੀ ਬੰਦੀ ਇੱਜ਼ਤ ਵਾਲੀ ਜ਼ਿੰਮੇਵਾਰੀ ਲੈਣ ਦੀ ਯੋਗਤਾ ਦੀ ਪ੍ਰੇਰਣਾ ਵਧਾਈ ਜਾਏ, ਨਹੀਂ ਤਾਂ ਦੁਨੀਆ ਦਾ ਸਭ ਤੋਂ ਅਗਾਂਹ ਵਧੂ ਮਤ ਕਿਹੜੀ ਹਨੇਰੀ ਖਾਈ ਵਿੱਚ ਡਿੱਗੇਗਾ ਪਤਾ ਨਹੀਂ। ਮੁੱਕਦੀ ਗੱਲ, ਸਿੱਖ ਇਸਤਰੀ ਨੇ ਸਾਰੀਆਂ ਕਠਿਨਾਈਆਂ ਦੇ ਬਾਵਜੂਦ ਵੀ, ਨਾਸਾਜ਼ ਹਾਲਤ ਦੇ ਵਿੱਚ ਵੀ, ਪਿੱਛੇ ਰਹਿ ਕੇ ਵੀ, ਬਾਹਰ ਨਿਕਲ ਕੇ ਵੀ
ਜਿਵੇਂ ਇਤਿਹਾਸ ਸਿਰਜਿਆ ਹੈ, ਵਰਤਮਾਨ ਵਿੱਚ ਬੀਬੀ ਰਜਿੰਦਰ ਕੌਰ ਵਰਗੀ ਹਸਤੀ ਜਿਵੇਂ ਪਿੰਗਲਵਾੜੇ ਦੀ ਜ਼ਿੰਮੇਵਾਰੀ ਨੂੰ ਸੰਭਾਲ ਰਹੀ ਹੈ, ਇਸ ਤੋਂ ਸਿੱਖ ਇਸਤਰੀ ਦੀ ਸੂਝ-ਬੂਝ ਅਤੇ ਭਾਵਨਾ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ। ਲੋੜ ਸਿਰਫ ਸਹਿਯੋਗ ਮੌਕਿਆਂ ਦੀ ਹੈ, ਸਹਿਯੋਗ ਪ੍ਰੇਰਨਾ ਅਤੇ ਟ੍ਰੇਨਿੰਗ ਦੀ ਹੈ। ਥੋੜਾ ਜਿਹਾ ਵੱਡਾ ਦਿਲ ਕਰਕੇ ਮੰਨੂ ਜੀ ਨੂੰ ਪੱਕੀ ਵਿਦਾਇਗੀ ਦੇ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਸਿੱਖਿਆ ਨੂੰ ਅਮਲ ਵਿੱਚ ਲਿਆ ਕੇ ਇਹ ਸਭ ਬੜੇ ਸੌਖਿਆਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਔਰ ਜੇਕਰ ਐਸਾ ਹੋ ਜਾਏ ਤਾਂ ਸਿੱਖੀ ਜਿਹੜੀ ਹੈ ਉਹ ਬਹੁਤ ਹੀ ਚੜ੍ਹਦੀ ਕਲਾ ਵਿੱਚ ਰਹੇਗੀ ਔਰ ਅੱਗਾ ਜਿਹੜਾ ਭਵਿੱਖ ਜਿਹੜਾ ਹੈ ਉਹ ਬਹੁਤ ਹੀ ਉਜਲ ਹੋਏਗਾ। ਸੋ ਅੱਜ ਦੀ ਵਿਚਾਰ ਮੈਂ ਇੱਥੇ ਹੀ ਉਸ ਨੂੰ ਬ੍ਰੇਕ ਦੇਣਾ ਹਾਂ ਔਰ ਵਿਚਾਰ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬੇਅਦਬੀਆਂ ਹੋ ਗਈਆਂ ਹੋਣਗੀਆਂ ਤਾਂ ਮੈਂ ਆਪ ਤੋਂ ਖਿਮਾ ਮੰਗਦਾ ਹੋਇਆ ਫਤਿਹ ਬੁਲਾਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੇ ਅਗਲਾ ਚੈਪਟਰ ਜਿਹੜਾ ਹੈ ਉਹ ਫਿਰ ਅੱਗੇ ਲਿਆ ਜਾਏਗਾ ਸਿੱਖ ਇਸਤਰੀ ਔਰਤ ਦੇ ਬਾਰੇ। तो मैं आज का इत्थे समाप्त करता होया आप तो खिमा मंगदा हाँ जी। वाहिगुरू जी का खालसा, वाहिगुरू जी की फतेह।